ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸੋਰਠ ਰਾਗ ਦੇ ਵਿੱਚ ਤੀਸਰੀ ਪਾਤਸ਼ਾਹੀ ਦੇ ਜਿਹੜੀ ਸ਼ਬਦਾਂ ਦੀ ਲੜੀ ਲੈ ਰਹੇ ਸੀਗੇ, 12 ਸ਼ਬਦਾਂ ਦੀ 7ਵਾਂ ਸ਼ਬਦ ਲੈ ਰਹੇ ਹਾਂ ਜੀ। 602 ਅੰਗ 602 ਇੱਥੋਂ ਸ਼ੁਰੂ ਕਰਨਾ ਹੈ ਆਪਾਂ ਨੇ। ਚੌਤੁਕੇ ਹੈਗੇ ਤੇ ਮਹਾਰਾਜ ਮਿਹਰ ਕਰਨ। ਸੋਰਠ ਮਹੱਲਾ ਤੀਜਾ, ਚੌਤੁਕੇ। ਸੱਚੀ ਭਗਤ ਸਤਿਗੁਰ ਤੇ ਹੋਵੈ, ਸੱਚੀ ਹਿਰਦੈ ਬਾਣੀ। ਆ ਲਓ, ਦੇਖ ਲਓ, ਜਿਹੜਾ ਡਿਸਕਸ ਕਰ ਰਹੇ ਸੀ ਉਹੀ ਗੱਲ ਇੱਥੋਂ ਹੀ ਆ ਗਈ, ਸ਼ੁਰੂ ਹੋ ਗਈ। ਕਹਿੰਦੇ ਅੰਗ ਨੰਬਰ ਸਰ, ਅੰਗ ਨੰਬਰ ਬੋਲਿਓ। 602 602। ਸੱਚੀ ਭਗਤ ਸਤਿਗੁਰ ਤੇ ਹੋਵੈ। ਕਹਿੰਦੇ ਭਗਤੀ ਜਿਹੜੀ ਹੈਗੀ ਸਤਿਗੁਰੂ ਤੋਂ ਹੀ ਹੋ ਸਕਦੀ ਹੈ ਪਿਆਰਿਓ। ਹੋਰ ਕਿਹਨੇ ਦੱਸਣਾ ਆਪਾਂ ਨੂੰ? ਆਪਣੀ ਪ੍ਰੀਤ ਕਿਵੇਂ ਪਏਗੀ? ਮਾਲਕ ਤਾਂ ਦਿਸ ਨਹੀਂ ਰਿਹਾ, ਉਹਦਾ ਕੋਈ ਰੂਪ ਰੰਗ ਕੁਛ ਨਹੀਂ ਹੈ। ਮਾਇਆ ਦਾ ਜ਼ੋਰ ਇੰਨਾ ਜ਼ਬਰਦਸਤ ਹੈਗਾ, ਉਹ ਛੁੱਟਦਾ ਨਹੀਂ ਹੈਗਾ। ਫਿਰ ਇੱਧਰੋਂ ਜਿਹੜਾ ਹੈਗਾ ਸਮਾਂ ਵੀ ਜਿਹੜਾ ਹੈਗਾ ਆਪਣਾ ਜਿਹੜਾ ਨਿਰਧਾਰਿਤ ਸਮਾਂ ਹੈਗਾ, ਉਹਦੇ ਵਿੱਚ ਵੀ ਕੋਈ ਚੇਂਜ ਨਹੀਂ ਆ ਸਕਦਾ। ਔਰ ਉਹਦੇ 'ਚੋਂ ਸਮਾਂ ਕਿੰਨਾ ਕੁ ਲੰਘ ਗਿਆ ਹੈ। ਮੇਰੇ ਵਰਗੇ ਤਾਂ ਇੱਥੇ ਥੋੜ੍ਹੇ ਜਿਹੇ ਦਿਨ ਬਚੇ ਭਾਈ। ਫਿਰ ਕਿਸ ਤਰ੍ਹਾਂ ਜਿਹੜੀ ਹੈਗੀ ਇਹ ਜੋ ਮਾਲਕ ਨੇ ਜਿਹੜਾ ਹੈਗਾ ਆਪਾਂ ਨੂੰ ਜਿਹੜੇ ਕੰਮ ਭੇਜਿਆ ਹੈ, ਉਹ ਕੰਮ ਜਿਹੜਾ ਹੈਗਾ ਕਿਸ ਤਰ੍ਹਾਂ ਹੋਏ। ਫਿਰ ਇਹਦੇ ਵਾਸਤੇ ਕੋਈ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰਿਆਂ ਨੂੰ ਇੱਕੋ ਹੀ ਟਾਸਕ ਹੈਗਾ। ਪਰਮਾਤਮਾ ਨੇ ਹਿੰਦੂ ਮੁਸਲਮਾਨ ਸਿੱਖ ਈਸਾਈ ਨਹੀਂ ਬਣਾਏ ਭਾਈ। ਪਰਮਾਤਮਾ ਨੇ ਆਪਾਂ ਨੂੰ ਮਨੁੱਖ ਬਣਾਇਆ, ਸਿਖਰਲੇ ਡੰਡੇ 'ਤੇ ਰੱਖਿਆ ਹੋਇਆ ਹੈ। ਔਰ ਇਹ ਗਿਆਨ ਜਿਹੜਾ ਹੈਗਾ ਕੋਈ ਵੀ ਲੈ ਸਕਦਾ ਹੈ। ਇਸ ਗਿਆਨ ਇਹ ਗਿਆਨ ਨਹੀਂ ਦੇਖਦਾ ਕੌਣ ਹੈਗਾ ਭਾਈ। ਇਹ ਗਿਆਨ ਜਿਹੜਾ ਹੈਗਾ ਇਨਸਾਨ ਦੇ ਵਾਸਤੇ ਹੈਗਾ। ਜਿਹੜਾ ਵੀ ਸਿਖਰਲੇ ਡੰਡੇ 'ਤੇ ਹੈਗਾ, ਜਿਹੜਾ ਵੀ ਪਰਮਾਤਮਾ ਵੱਲ ਨੂੰ ਜਿਹੜਾ ਵੀ ਪਰਮਾਤਮਾ ਵੱਲ ਨੂੰ ਤੁਰਨਾ ਚਾਹੁੰਦਾ ਹੈ, ਇਹ ਖੇਡ ਨੂੰ ਜਿੱਤਣਾ ਚਾਹੁੰਦਾ ਹੈ, ਜਾਂ ਥੋੜ੍ਹਾ ਜਿਹਾ ਜਿਹੜਾ ਹੈਗਾ ਤਰੱਕੀ ਕਰਨਾ ਚਾਹੁੰਦਾ ਹੈ, ਅਤੇ ਉਹਦੇ ਵਾਸਤੇ ਭਾਈ ਇਹ ਗਿਆਨ ਹੈਗਾ। ਬਾਕੀ ਜਿਹੜੇ ਬਾਕੀ ਦੁਨੀਆ ਦੇ ਵਿੱਚ ਮਾਇਆ ਦੇ ਵਿੱਚ ਮਸਤ ਹੈਗੇ, ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੇ ਇਸ ਤੋਂ ਤਾਂ ਉਹਨਾਂ ਨੂੰ ਇੰਟਰਸਟ ਹੀ ਨਹੀਂ ਹੈਗਾ। ਔਰ ਬਾਈ ਚਾਂਸ ਜਦ ਇਹ ਗਿਆਨ ਜਿਹੜਾ ਹੈਗਾ ਉਹਨਾਂ ਨੂੰ ਕਿਤੇ ਉਹਨਾਂ ਦੇ ਕੋਈ ਤੁਕ ਜਿਹੜੀ ਹੈਗੀ ਲੱਗ ਜਾਂਦੀ ਹੈ, ਅਤੇ ਉਹ ਵੀ ਸ਼ਿਫਟ ਹੋ ਸਕਦੇ ਆ। ਇਹ ਮਾਲਕ ਨੇ ਜਿਹੜਾ ਹੈਗਾ ਉਸ ਨੇ ਕਿਰਪਾ ਕਰਨੀ ਆ, ਉਹਨੇ ਜਿਹੜੀ ਹੈਗੀ ਬਖਸ਼ਿਸ਼ ਕਰਨੀ ਆ, ਉਹਨੇ ਜਿਹੜਾ ਹੈਗਾ ਇਹ ਦਾਤ ਉਹਨੇ ਦੇਣੀ ਆ। ਔਰ ਜਿਹਦੇ ਅੰਦਰ ਇੱਛਾ ਹੈਗੀ ਮਾਲਕ ਪਰਮਾਤਮਾ ਦੇ ਮਿਲਣ ਦੀ, ਮਾਲਕ ਨੇ ਆਪੇ ਸਤਿਗੁਰੂ ਨੂੰ ਮਿਲਾਉਣਾ ਹੈ। ਆਪਾਂ ਨੂੰ ਕਿੱਥੇ, ਆਪਾਂ ਕੌਣ ਹੁੰਦੇ? ਆਪਾਂ ਤਾਂ ਬਲਾਈਂਡ ਹਨੇਰੇ ਦੇ ਵਿੱਚ ਹੈਗੇ ਆ। ਅੱਖਾਂ ਹੀ ਹੈ ਨਹੀਂ ਆਪਣੇ ਕੋਲ, ਤਾਂ ਆਪਾਂ ਕਿਵੇਂ ਪਛਾਣ ਲਾਂਗੇ ਭਾਈ? ਆ ਜਿਹੜੇ ਬ੍ਰਹਮ ਗਿਆਨੀ ਹੈਗੇ, ਭਾਵੇਂ ਜਿਹੜੇ ਹੈਗੇ ਘਰ 'ਚ ਹੀ ਹੋਣ, ਘਰ 'ਚ ਹੀ ਤੁਰੇ ਫਿਰਦੇ ਹੋਣ। ਸੋਰਠ ਮਹੱਲਾ ਤੀਜਾ, ਚੌਤੁਕੇ। ਔਰ ਦੇਖੋ ਕਿੰਨੀ ਜਿਹੜਾ ਹੈਗਾ ਉਪਕਾਰ ਕੀਤਾ ਹੈ ਗੁਰੂਆਂ ਨੇ, ਇਹ ਜਿਹੜੇ ਹੈਗੇ ਭਗਤਾਂ ਨੇ। ਸਾਰਾ ਜਿਹੜਾ ਹੈਗਾ ਇਹ ਸਾਰੀ ਦੀ ਸਾਰੀ ਜਿਹੜੀ 1430 ਅੰਗ ਜਿਹੜੇ ਆਪਾਂ ਨੂੰ 36 ਬ੍ਰਹਮ ਗਿਆਨੀ ਜਿਹੜੇ ਹੈਗੇ, ਸਰਟੀਫਾਈਡ ਬ੍ਰਹਮ ਗਿਆਨੀ ਜਿਹੜੇ ਹੈਗੇ, ਉਹਨਾਂ ਦਾ ਗਿਆਨ ਦੇ ਦਿੱਤਾ। ਕਿੰਨੀ ਸੁਖੈਨ। ਨਹੀਂ ਤਾਂ ਕਿੱਥੇ ਕਿੱਥੇ ਗੁਰੂਕੁਲ ਹੁੰਦੇ ਸੀ, ਕਿੱਥੇ ਕਿੱਥੇ ਜਾਣਾ ਪੈਂਦਾ ਸੀ, ਕਿੰਨਾ ਸਮਾਂ ਲੱਗਦਾ ਸੀਗਾ। ਕਿੰਨੇ ਜਿਹੜੇ ਦੇਖ ਲਓ ਕਿੰਨਾ ਜਿਹੜਾ ਹੈਗਾ ਉਹਦੇ ਵਾਸਤੇ ਉਪਰਾਲਾ ਕਰਨਾ ਪੈਂਦਾ ਸੀ। ਸੱਚੀ ਭਗਤ ਸਤਿਗੁਰ ਤੇ ਹੋਵੈ। ਕਹਿੰਦੇ ਹੋਈ ਸਤਿਗੁਰੂ ਤੋਂ ਹੋ, ਸੱਚੀ ਭਗਤ ਸਤਿਗੁਰੂ ਤੋਂ ਹੋ ਸਕਦੀ ਹੈ। ਸੱਚੀ ਹਿਰਦੇ ਬਾਣੀ। ਔਰ ਤਾਂ ਹੋਏਗੀ ਜਦ ਇਹ ਭਗਤੀ ਕਰਨ ਦੀ ਜਿਹੜੀ ਹੈਗੀ ਆ, ਇਹ ਜਿਹੜਾ ਹੈਗਾ ਭਗਤੀ ਕਰਨ ਦੀ ਵਿਧੀ ਕਹਿ ਲਓ, ਭਗਤੀ ਕਰਨ ਦੀ ਜਿਹੜੀ ਹੈ ਪੂਰੀ ਕੰਪਲੀਟ ਜਿਹੜਾ ਹੈਗਾ ਇਹ ਰਸਤਾ, ਇਹਦੀ ਜਾਣਕਾਰੀ ਆਪਣੇ ਹਿਰਦੇ ਦੇ ਵਿੱਚ ਚਲੇ ਜਾਏ। ਹਿਰਦੇ 'ਚ ਜਾਣਾ ਕੀ ਹੈਗਾ ਬਈ? ਟੌਪ ਪ੍ਰਾਇਰਟੀ 'ਤੇ ਆ ਗਿਆ। ਜਿਹੜੀ ਵੀ ਚੀਜ਼ ਆਪਣੇ ਹਿਰਦੇ 'ਚ ਜਾਂਦੀ ਆ, ਉਹ ਚੀਜ਼ ਟੌਪ ਪ੍ਰਾਇਰਟੀ 'ਤੇ ਆ ਜਾਂਦੀ ਹੈ। ਜਿਸ ਤਰ੍ਹਾਂ ਹੁਣ ਆਪਾਂ ਨੇ ਨੌਕਰੀ ਕਰਨੀ ਤੇ ਆਪਣੀ ਟੌਪ ਪ੍ਰਾਇਰਟੀ 'ਤੇ ਹੈਗੀ ਭਾਈ, ਉਹ ਹੁੱਕ ਐਂਡ ਕਰੋਕ ਕਿਸੇ ਵੀ ਤਰੀਕੇ ਨਾਲ ਜਾਣਾ ਹੀ ਪਊਗਾ। ਉਹ ਚੀਜ਼ ਇਸ ਤਰ੍ਹਾਂ ਜਿਹੜੀ ਹੈਗੀ ਕੋਈ ਵੀ ਜਿਹੜਾ ਹੈਗਾ ਹੋਰ ਦੁਨੀਆ ਦੇ ਪਦਾਰਥ, ਦੁਨੀਆ ਦੇ ਰਸ ਕਸ ਜਿਹੜੇ ਆਪਾਂ ਭੋਗਦੇ ਹਾਂ, ਉਹਨਾਂ ਦੇ ਪ੍ਰਤੀ ਜਿਹੜੇ ਹੈਗੇ
ਆਪਾਂ ਨੂੰ ਥੋੜ੍ਹੀ ਨਾ ਕੋਈ ਚੀਜ਼ ਜਿਹੜੀ ਹੈ ਉਹ ਯਾਦ ਕਰਨੀ ਪੈਂਦੀ ਹੈ। ਉਹ ਤਾਂ ਹਿਰਦੇ 'ਚ ਆ ਗਈ ਬਸ। ਉਹ ਜ਼ਿਆਦਾ ਬੰਦੇ ਨੇ ਟਾਈਮ ਦੇਖਿਆ ਔਰ ਜਦ ਉਹਨੂੰ ਉਹਨੇ ਜਿਹੜਾ ਹੈਗਾ ਟਾਈਮ ਕੱਢ ਲੈਣਾ। ਦੇਖਣਾ ਕੀ ਹੈ ਉਹਨੇ ਉਸ ਕੰਮ ਵਾਸਤੇ ਟਾਈਮ ਕੱਢ ਲੈਣਾ। ਉਹ ਹੈਗੀ ਹਿਰਦੇ ਦੇ ਵਿੱਚ ਚਲੀ ਗਈ। ਮਹਾਰਾਜ ਕਹਿੰਦੇ ਜਿਨ ਹਰ ਹਿਰਦੇ ਨਾਮ ਨਾ ਵਸਿਓ, ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿਨ ਮਾਤ ਕੀਜੇ ਹਰ ਬਾਂਝਾ। ਕਹਿੰਦੇ ਕਾਹਦੇ ਵਾਸਤੇ ਆਏ ਦੁਨੀਆ ਦੇ ਵਿੱਚ? ਕਿਉਂ ਵਿਚਾਰੀ ਮਾਂ ਨੂੰ ਇੰਨੀ ਤਕਲੀਫ ਹੋਈ? ਇੰਨਾ 9 ਮਹੀਨੇ ਜਿਹੜਾ ਹੈਗਾ ਕਨਸੀਵ ਕੀਤਾ, ਕਾਹਦੇ ਵਾਸਤੇ? ਜਿਹੜਾ ਹੈਗਾ ਇਨਸਾਨ ਦੇ ਵਾਸਤੇ, ਜਿਹੜਾ ਕਿ ਆਇਆ ਔਰ ਗਿਆ, ਪਤਾ ਹੀ ਨਹੀਂ ਲੱਗਿਆ, ਕੁਛ ਕੀਤਾ ਹੀ ਨਹੀਂ, ਪੱਲੇ ਕੁਛ ਹੈ ਹੀ ਨਹੀਂ ਜਿਹਦੇ। ਮਾਫ਼ ਕਰਨਾ ਜੀ, ਬਹੁਤ ਸੰਗਤ ਉਡੀਕ ਕਰ ਰਹੀ ਸੀ। ਔਰ ਤੁਸੀਂ ਜੀ ਕਰ ਦਿਆ ਕਰੋ, ਤੁਹਾਡੇ ਕੋਲੋਂ ਐਡਮਿਟ ਮੈਂ ਪਤਾ ਨਹੀਂ ਆਪਣੇ ਸੁਖਵਿੰਦਰ ਜੀ। ਅੱਛਾ, ਆਪਾਂ ਦੇਖ ਲਾਂਗੇ। ਹਾਂ ਹੋਇਆ ਨਹੀਂ ਜੀ, ਕੋਸ਼ਿਸ਼ ਕੀਤਾ ਜੀ, ਬਾਅਦ ਚ ਆਪਾਂ ਕਰ ਲਾਂਗੇ ਡਿਸਕਸ। ਓਕੇ ਜੀ, ਓਕੇ। ਸੋਠ ਮਹਲਾ ਤੀਜਾ ਚੌਤੁਕੇ ਸੱਚੀ ਭਗਤ ਸਤਿਗੁਰ ਤੇ ਹੋਵੇ ਸੱਚੀ ਹਿਰਦੇ ਬਾਣੀ। ਸਤਿਗੁਰੂ ਕੌਣ ਹੈ? ਸਤਿਗੁਰੂ ਉਹ ਹੈਗੇ ਜਿਨ੍ਹਾਂ ਨੇ ਯਾਤਰਾ ਕਰ ਲਈ ਹੈ, ਜਿਨ੍ਹਾਂ ਨੂੰ ਰਸਤੇ ਦੇ ਬਾਰੇ ਪਤਾ ਹੈਗਾ, ਜਿਨ੍ਹਾਂ ਇੱਕ ਚੀਜ਼ ਰਸਤੇ ਦੀਆਂ ਔਕੜਾਂ ਸਾਰੀਆਂ ਪਤਾ ਹੈਗੀਆਂ। ਉਹ ਹੈਗੇ, ਉਹਨਾਂ ਕੋਲੋਂ ਉਹਨਾਂ ਦੇ ਉਹ ਕਰ ਸਕਦੇ ਆ ਭਾਈ। ਉਹ ਜਿਹੜੇ ਹੈਗੇ ਗਿਆਨ ਦੇ ਸਕਦੇ ਆ, ਸੇਧ ਦੇ ਸਕਦੇ ਆ। ਉਹ ਪਾਂਦੇ, ਉਹ ਟੀਚਰ, ਉਹ ਜਿਹੜੇ ਗਾਈਡ, ਉਹ ਗੁਰੂ, ਉਹ ਉਸਤਾਦ। ਸੱਚੀ ਭਗਤ ਸਤਿਗੁਰ ਤੇ ਹੋਵੇ ਸੱਚੀ ਹਿਰਦੇ ਬਾਣੀ। ਹਿਰਦੇ ਦੇ ਵਿੱਚ ਬਾਣੀ ਪਤਾ ਲੱਗ ਗਿਆ। ਬਾਣੀ ਜਿਹੜਾ ਇਹ ਅੱਖਰ ਨਹੀਂ ਹੈਗੇ, ਅੱਖਰ ਕਹਿ ਲਓ ਇਹ ਤਾਂ ਇਹ ਫਿਰ ਗੁਰਬਾਣੀ ਦੀ ਉਚਾਈ ਨਹੀਂ ਆਏਗੀ, ਇਹ ਗਿਆਨ ਦੀ ਉਚਾਈ ਨਹੀਂ ਆਏਗੀ। ਬਾਣੀ ਉਹ ਹੈਗਾ ਜਿਹਦੇ ਨਾਲ ਆਪਾਂ ਜਿਹੜੇ ਆ ਪਰਮਾਤਮਾ ਵਰਗੇ ਬਣ ਜਾਵਾਂਗੇ। ਉਹ ਬਾਣੀ ਬਣਨਾ ਹੈ। ਜਿਹੜੀ ਚੀਜ਼ ਬਣਾ ਦੇ ਸਾਨੂੰ, ਉਹ ਬਾਣੀ ਹੈਗੀ। ਜਿਹੜੀ ਚੀਜ਼ ਆਪਣੇ ਅੰਦਰੋਂ, ਸਾਡੇ ਅੰਦਰੋਂ ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਗਾਰਬੇਜ ਕੱਢ ਦੇ, ਉਹ ਬਾਣੀ ਹੈਗੀ। ਇਹ ਸਾਰੀ ਦੀ ਸਾਰੀ ਪ੍ਰੋਸੈਸ ਗਿਆਨ ਲੈਣਾ, ਗਿਆਨ ਨੂੰ ਵਿਚਾਰਨਾ, ਵਿਚਾਰ ਕੇ ਪਿਆਰ, ਗੁਰੂ ਦੇ ਨਾਲ ਪਿਆਰ ਪਾਉਣਾ, ਬਾਣੀ ਦੇ ਨਾਲ ਇਹ ਗੁਰਮਤਿ ਦੇ ਨਾਲ, ਗੁਰੂ ਦੀ ਮੱਤ ਦੇ ਨਾਲ ਪਿਆਰ ਪਾਉਣਾ। ਇਸ ਤੋਂ ਬਾਅਦ ਪਰਮਾਤਮਾ ਦੇ ਨਾਲ ਪਿਆਰ ਪਾ ਦੇਣਾ। ਫਿਰ ਪਰਮਾਤਮਾ ਦੇ ਨਾਲ ਪਿਆਰ ਪਾਤਾ, ਫਿਰ ਆਪਾਂ ਧਿਆਨ ਸਿਮਰਨ ਸ਼ੁਰੂ ਕਰ ਦੇਣਾ, ਆਪਣੇ ਅੰਦਰ ਵੜਨਾ ਸ਼ੁਰੂ ਕਰ ਦੇਣਾ। ਇਹ ਸੁਰਤ ਜਿਹੜੀ ਬਾਹਰ ਮੁਖੀ ਹੈ, ਇਹਨੂੰ ਆਪਾਂ ਯੂ ਟਰਨ ਲੈ ਲੈਣਾ, ਅੰਤਰਮੁਖੀ ਹੋ ਜਾਣਾ। ਉੱਥੋਂ ਭਗਤੀ ਸ਼ੁਰੂ ਹੁੰਦੀ ਹੈ। ਬਾਕੀ ਤਾਂ ਹਾਲੇ ਆਪਾਂ ਜਿਹੜੇ ਹੈਗੇ ਜਿੱਥੇ ਵੀ ਜੋ ਕੁਛ ਵੀ ਕਰ ਰਹੇ ਹਾਂ, ਭਾਵੇਂ ਜਿਵੇਂ ਜਿਹੜੇ ਮੰਦਰ ਗੁਰਦੁਆਰੇ ਜਿੱਧਰ ਮਰਜ਼ੀ ਜਾ ਰਹੇ ਹਾਂ, ਜੋ ਕੁਛ ਵੀ ਗਿਆਨ ਲੈ ਰਹੇ ਹਾਂ, ਜੋ ਕੁਛ ਵੀ ਭਾਵੇਂ ਜਗਰਾਤਾ ਕਰ ਰਹੇ, ਰਹਿਣ ਸਵਾਈ ਕਰ ਰਹੇ, ਜੋ ਮਰਜ਼ੀ ਕਰ ਰਹੇ ਭਾਈ, ਨਿਤਨੇਮ ਕਰ ਰਹੇ, ਸੰਧਿਆ ਕਰ ਰਹੇ, ਤਰਪਣ ਗਾਇਤਰੀ ਕਰ ਰਹੇ, ਕੁਛ ਵੀ ਕਰ ਰਹੇ ਆਪਾਂ, ਉਹ ਸਾਰਾ ਜਿਹੜਾ ਹੈਗਾ ਆਪਾਂ ਭਗਤੀ ਨਹੀਂ ਕਰ ਰਹੇ ਭਾਈ। ਆਪਾਂ ਸਿਰਫ ਜਿਹੜੇ ਹੈਗੇ ਭਗਤੀ ਲੱਭ ਰਹੇ ਹਾਂ। ਭਗਤੀ ਹੈ ਹੀ ਜਿਹੜੀ ਹੈਗੀ, ਭਗਤੀ ਹੈ ਹੀ ਆਪਣੇ ਵਿਚਾਰ ਅਸਵਾਰੀ ਕੀਜੈ, ਸਹਿਜ ਕੇ ਭਾਵੜ ਭਗਤ ਹਰਿ ਲੀਜੈ। ਭਗਤੀ ਹੈ ਹੀ ਚਲ ਰੇ ਬੈकुंठ ਤੁਝੇ ਲੈ ਤਾਰੋਂ, ਹਿੰਚੇ ਤਾਂ ਪ੍ਰੇਮ ਕੇ ਚਾਬੁਕ ਮਾਰੋ। ਭਗਤੀ ਉਹ ਹੈਗੀ। ਸੁਨ ਗੁਫਾ ਮੇਂ ਆਸਣ ਬੈਸਣ ਕਲਪ ਵਿਵਰਜਿਤ ਪੰਥਾ। ਕਲਪਨਾ ਵਿਵਰਜਿਤ ਹੈਗੀ, ਸੁਨ ਦੇ ਵਿੱਚ ਬੈਠਣਾ ਹੈ। ਪਰਮਾਤਮਾ ਸੁਨ ਹੈਗਾ। ਪਰਮਾਤਮਾ ਜਿਹੜਾ ਹੈਗਾ, ਪਰਮਾਤਮਾ ਦੋ ਚੀਜ਼ਾਂ ਹੈਗੀਆਂ, ਇੱਕ ਜੜ ਹੈਗੀ, ਇੱਕ ਚੇਤਨ ਹੈਗੀ। ਪਰਮਾਤਮਾ ਚੇਤਨ ਦਾ ਸਾਗਰ ਹੈਗਾ। ਪਰਮਾਤਮਾ ਚੇਤਨ ਹੈਗਾ, ਪਰ ਉਹਦੇ ਅੰਦਰ ਵਿਚਾਰ ਨਹੀਂ ਹੈਗੀ। ਪਰਮਾਤਮਾ ਚੇਤਨ ਹੈਗਾ, ਪਰ ਚੇਤਨ ਹੁੰਦੇ ਹੋਏ ਵੀ ਸਥਿਰ ਹੈਗਾ। ਔਰ ਇਹ ਪ੍ਰਕਿਰਤੀ ਔਰ ਆਪਾਂ ਜਿਹੜੇ ਹੈਗੇ, ਇਸ ਜਿੰਨਾ ਵੀ ਮੈਟਰ ਜੋ ਵੀ ਸੰਸਾਰ ਦੇ ਵਿੱਚ ਆਪਾਂ ਜੜ ਦੇ ਨਾਲ ਜੁੜੇ ਹੋਏ, ਆਪਣੇ ਚੇਤਨਤਾ ਜੜ ਦੇ ਨਾਲ ਜੁੜੀ ਹੋਈ ਹੈ। ਆਹ ਗੇਮ ਪਾਈ ਹੋਈ ਆ ਮਾਲਕ ਪਰਮਾਤਮਾ ਨੇ। ਆਪਾਂ ਜਿਹੜੇ ਹੈਗੇ ਜੜ ਦੇ ਨਾਲ ਜੁੜ ਕੇ ਗਤੀ ਦੇ ਵਿੱਚ ਹੈਗੇ ਆ। ਗਤੀ ਹੈ ਜੜ ਦੇ ਵਿੱਚ, ਗਤੀ ਹੈਗੀ, ਵਿਚਾਰ ਹੈਗੇ। ਔਰ ਆਪਾਂ ਨੇ ਜਿਹੜਾ ਹੈਗਾ ਚੇਤਨ ਦੇ ਨਾਲ ਜੁੜ ਕੇ ਆਪਾਂ ਨੇ ਸਥਿਰ ਹੋਣਾ ਹੈ। ਪਰਮਾਤਮਾ ਸਥਿਰ ਹੈਗਾ, ਉਹਦੇ ਨਾਲ ਆਪਾਂ ਨੇ ਚੱਕੀ ਦੀ ਕਿੱਲੀ 'ਤੇ ਆਉਣਾ ਹੈ। ਬਸ ਵੱਜ ਜਾਵਾਂਗੇ, ਫਿਰ ਗਤੀ ਨਹੀਂ ਹੋਏਗੀ। ਇੰਨੀ ਕੁ ਖੇਡ ਹੈਗੀ।
ਸੱਚੀ ਭਗਤ ਸਤਿਗੁਰ ਤੇ ਹੋਵੈ, ਸੱਚੀ ਹਿਰਦੇ ਬਾਣੀ, ਸਤਿਗੁਰ ਸੇਵੈ ਸਦਾ ਸੁਖ ਪਾਏ। ਦੇਖ ਲਓ ਭਾਈ, ਪਹਿਲਾਂ ਤਾਂ ਸਤਿਗੁਰੂ ਦੇ ਬਾਰੇ ਪਤਾ ਲੱਗੇ, ਸਤਿਗੁਰੂ ਦਾ ਗਿਆਨ ਲਏ, ਸਤਿਗੁਰੂ ਦੀ ਸੇਵਾ ਕਰਨੀ ਪਊਗੀ। ਸਤਿਗੁਰੂ ਦੀ ਸੇਵਾ ਕੀ ਹੈਗੀ ਬਈ? ਸਤਿਗੁਰੂ ਦੀ ਹੁਣ ਉਸਤਾਦ ਟੀਚਰ, ਉਹਦੀ ਸੇਵਾ ਕੀ ਹੈਗੀ ਉਸਤਾਦ ਦੀ? ਕੋਈ ਉਹਦੇ ਘਰ ਜਾ ਕੇ ਰੋਟੀਆਂ ਥੋੜ੍ਹਾ ਨਾ ਪਕਾਉਣੀਆਂ ਆਪਾਂ ਨੇ, ਜਾਂ ਉਹਦੇ ਪੈਰ ਘੁੱਟਣੇ, ਉਹਦੀ ਸੇਵਾ ਕੀ ਹੈ ਭਾਈ? ਗਿਆਨ ਲੈਣਾ ਹੈ ਉਹਦੇ ਕੋਲੋਂ, ਆਹੀ ਸੇਵਾ ਹੈ। ਗਿਆਨ ਲੈ ਕੇ ਫਿਰ ਉਹਦੀ ਕਮਾਈ ਕਰਨੀ ਹੈ, ਬਸ ਇਹ ਪਰਮਾਤਮਾ ਦੀ ਸੇਵਾ ਹੋ ਜਾਂਦੀ ਹੈ। ਸਤਿਗੁਰ ਸੇਵੈ, ਔਰ ਸਤਿਗੁਰੂ ਕਹਿੰਦੇ ਵੀ ਨਾਮ ਹਮਾਰੇ ਗੁਰ ਕੀ ਸੇਵ, ਨਾਮ ਹਮਾਰੇ ਪੂਜਾ ਦੇਵ। ਆਹੀ ਤੀਸਰੀ ਪਾਤਸ਼ਾਹੀ ਬੋਲ ਰਹੀ ਹੈ। ਇਹੀ ਪਾਤਸ਼ਾਹ ਜਿਨ੍ਹਾਂ ਦਾ ਗਿਆਨ ਲੈ ਰਹੇ ਆ, ਕਹਿੰਦੇ ਸਾਡੇ ਤਾਂ ਆਹ ਰਿਵਾਜ ਆ ਭਾਈ, ਨਾਮ ਹਮਾਰਾ ਗੁਰ ਕੀ ਸੇਵ। ਜਿਵੇਂ ਨਾ ਬੀਬੀਆਂ ਕਹਿੰਦੀਆਂ ਹੁੰਦੀਆਂ, ਇੱਕ ਤਾਂ ਦੂਜੇ ਨਾਲ ਗੱਲ ਕਰਦੀ ਆ ਬਈ ਸਾਡੇ ਤਾਂ ਰਿਵਾਜ ਚੌਣਾ ਸਵੇਰੇ 6 ਵਜੇ ਚਾਹ ਮੰਗਦਾ ਬਗੈਰ ਜਿਹੜਾ ਹੈਗਾ ਉੱਠਣ ਤੋਂ ਪਹਿਲਾਂ ਹੀ, ਆਹ ਰਿਵਾਜ ਆ ਸਾਡੇ। ਉਵੇਂ ਦਾ ਜਿਹੜਾ ਹੈਗਾ ਮਹਾਰਾਜ ਕਹਿੰਦੇ ਸਾਡੇ ਤਾਂ ਰਿਵਾਜ ਹੈਗਾ ਭਾਈ, ਨਾਮ ਹਮਾਰਾ ਗੁਰ ਕੀ ਸੇਵ, ਸਾਡੇ ਤਾਂ ਗੁਰੂ ਦੀ ਸੇਵਾ ਨਾਮ ਆ, ਸਾਡੇ ਤਾਂ ਰਿਵਾਜ ਹੈਗਾ ਸਾਡੇ। ਨਾਮ ਹਮਾਰੇ ਪੂਜਾ ਦੇਵ, ਸਾਡੇ ਵੀ ਪੂਜਾ ਦੇਵ ਦੀ ਪੂਜਾ, ਪਰਮਾਤਮਾ ਦੀ ਪੂਜਾ, ਉਹ ਤਾਂ ਪ੍ਰਕਾਸ਼ ਰੂਪ ਆ, ਉਹਦੀ ਕੀ ਪੂਜਾ ਹੋ ਸਕਦੀ ਹੈ? ਕਹਿੰਦੇ ਸਾਡੇ ਤਾਂ ਉਹਦਾ ਨਾਮ ਧਿਆਨ, ਇਹੀ ਉਹਦੀ ਪੂਜਾ ਹੈ। ਔਰ ਪਰਮਾਤਮਾ ਜਿਹੜਾ ਹੈਗਾ, ਆਪਣੀ ਆਤਮਾ ਜਿਹੜੀ ਪਰਮਾਤਮਾ ਦਾ ਅੰਸ਼ ਹੈਗੀ, ਪੂਰਾ ਦਾ ਪੂਰਾ ਪਰਮਾਤਮਾ ਉਹਦੇ ਵਿੱਚ ਹੈਗਾ। ਆਤਮਾ ਤੱਕ ਦੀ ਯਾਤਰਾ ਕਰ ਲਓ ਪਰਮਾਤਮਾ ਦੀ, ਇਹ ਬੂੰਦ ਅੱਗੇ ਜਾ ਕੇ ਸਾਗਰ 'ਚ ਆਪੇ ਮਿਲ ਜਾਣੀ ਹੈ। ਜਲ ਕਾ ਜਲ ਹੁਆ ਆਰਾਮ ਹੋ ਜਾਣਾ ਹੈ। ਆਪਾਂ ਜਿਹੜੇ ਹੈਗੇ, ਆਪਾਂ ਚੇਤਨ ਹੈਗੇ ਆ, ਔਰ ਆਪਾਂ ਜਿਹੜੇ ਹੈਗੇ, ਆਤਮਾ ਨੂੰ ਕੌਣ ਨਸ਼ਟ ਕਰ ਸਕਦਾ ਹੈ? ਈਵਨ ਜਿਹੜਾ ਹੈਗਾ ਇਹ ਜੋ ਮਾਇਆ, ਜੋ ਪ੍ਰਕਿਰਤੀ, ਜੋ ਸੰਸਾਰ, ਜੋ ਆਕਾਰ, ਜੋ ਪਦਾਰਥ ਹੈਗੇ, ਇਹਨਾਂ ਨੂੰ ਵੀ ਕੋਈ ਨਸ਼ਟ ਨਹੀਂ ਕਰ ਸਕਦਾ। ਇਹ ਸਾਰੇ ਜਿਹੜੇ ਹੈਗੇ ਇਹ ਪਰਮਾਤਮਾ ਦੀ ਸ਼ਕਤੀ ਹੈਗੀ। ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨ ਜਿਹੜੇ ਹੈਗੇ, ਇਹ ਮੈਟਰ ਜਿਹੜਾ ਹੈਗਾ ਇਹ ਕੁਛ ਨਹੀਂ ਹੈਗਾ, ਬਸ ਸਿਰਫ ਪਾਵਰ ਹੈਗੀ, ਪਾਵਰ। ਨੈਗੇਟਿਵ ਚਾਰਜ, ਪੋਜ਼ੀਟਿਵ ਚਾਰਜ, ਨਿਊਟਰਲ, ਇਹ ਸਾਰਾ ਜਿਹੜਾ ਹੈਗਾ ਮੈਟਰ, 5 ਤੱਤਾਂ ਦੀ ਰਚਨਾ ਹੈ ਸਾਰੀ। 5 ਤੱਤ ਕਿੱਥੋਂ ਆਏ? ਇਹ ਪਰਮਾਤਮਾ ਦੇ ਵਿੱਚੋਂ ਨਿਕਲੇ। ਸੱਚੀ ਭਗਤ ਸਤਿਗੁਰ ਤੇ ਹੋਵੈ, ਸੱਚੀ ਹਿਰਦੇ ਬਾਣੀ, ਸਤਿਗੁਰ ਸੇਵੈ ਸਦਾ ਸੁਖ ਪਾਏ। ਹਮੇਸ਼ਾ ਵਾਸਤੇ ਸੁਖ ਪਾ ਲੇਗਾ ਭਾਈ। ਹਉਮੈ ਸ਼ਬਦ ਸਮਾਣੀ। ਹੁਣ ਸ਼ਬਦ ਜਿਹੜਾ ਹੈਗਾ, ਕੱਲ੍ਹ ਦੀ ਉਹਦੇ ਵਿੱਚ ਸ਼ਬਦ ਦੇ ਬਾਰੇ ਵੀ ਡਿਫਾਈਨ ਕੀਤਾ ਹੈ ਭਾਈ। ਕਹਿੰਦੇ ਜਦ ਸ਼ਬਦ ਪ੍ਰਗਟ ਹੋ ਗਿਆ ਅੰਦਰ ਜਿਹੜਾ ਹੈਗਾ, ਉਹਨੂੰ ਫੜ ਕੇ ਜਿਹੜਾ ਹੈਗਾ ਵਿਚਾਰ ਮੰਡਲ ਤੋਂ ਬਾਹਰ ਨਿਕਲ ਗਿਆ, ਤੇ ਹਉਮੈ ਨਾਮ ਦੀ ਚੀਜ਼ ਖਤਮ ਹੋ ਗਈ। ਹਉਮੈ ਕੀ ਹੈਗੀ? ਹਉਮੈ ਹੈਗੇ ਆਪਣਾ ਸਰੀਰ, ਇਹ ਸਰੀਰ ਜੜ, ਇਹ ਹਉਮੈ ਹੈਗੀ। ਆਪਣੇ ਆਪ ਨੂੰ ਆਪਾਂ ਸਮਝ ਲੈਂਦੇ ਹਾਂ ਵੀ ਮੈਂ ਕੁਛ ਹੈਗਾ, ਇਹ ਹਉਮੈ ਹੈਗੀ। ਇਹਨੇ ਜਾਣਾ ਕਦੋਂ ਹੈ? ਜਦ ਜਿਹੜਾ ਹੈਗਾ ਆਪਾਂ ਵਿਚਾਰ ਮੰਡਲ ਕ੍ਰਾਸ ਕਰ ਗਏ। ਔਰ ਵਿਚਾਰ ਮੰਡਲ ਜਿਹੜਾ ਹੈਗਾ ਕ੍ਰਾਸ ਕਰਨ ਦੇ ਵਾਸਤੇ ਧਿਆਨ ਆਹੀ ਹੈਗਾ ਭਾਈ, ਜਿਹੜਾ ਆਪਣੇ ਵਿਚਾਰ ਜਿਹੜੇ ਰੋਕਣੇ ਅੰਦਰ ਵੜ ਕੇ। ਕਿਉਂਕਿ ਆਪਾਂ ਹੁਣ ਜਿਹੜੇ ਹੈਗੇ, ਮੰਨ ਲਓ ਜੇ ਹੁਣ ਆਪਣੀਆਂ ਅੱਖਾਂ ਖੁੱਲ੍ਹੀਆਂ ਤੇ ਦੁਨੀਆ ਦੇ ਵਿੱਚ ਆਪਾਂ ਜਿਹੜੇ ਗਿਆਨ ਇੰਦਰੀਆਂ ਦੇ ਥਰੂ ਆਪਾਂ ਜਿਹੜੇ ਦੁਨੀਆ ਦੇ ਨਾਲ ਜੁੜੇ ਹੋਏ ਹਾਂ, ਉੱਧਰ ਨੂੰ ਵਿਚਾਰ ਚੱਲਦੇ ਆਪਾਂ ਨੂੰ। ਜਿੱਧਰ ਆਪਣੀਆਂ ਅੱਖਾਂ ਜਿਹੜੀਆਂ, ਜਿੱਧਰ ਆਪਣੀਆਂ ਸੁਰਤ ਜਾਂਦੀ ਹੈ, ਜਿੱਥੇ ਸੁਰਤ ਫੋਕਸ ਹੋ ਗਈ ਜਿਸ ਜਗ੍ਹਾ ਦੇ ਉੱਤੇ, ਉਹ ਵਿਚਾਰ ਹੈਗਾ। ਅੱਖਾਂ ਮੈਕਸੀਮਮ ਜਿਹੜਾ ਹੈਗਾ, ਅੱਖਾਂ ਦੇ ਨਾਲ ਵਿਚਾਰ ਚੱਲਦੇ ਆ। ਅੱਖਾਂ ਜਦ ਦੁਨੀਆ 'ਚ ਵਿਚਰਦੇ ਆ, ਜਦ ਅੱਖਾਂ ਬੰਦ ਕਰ ਲਈਆਂ ਆਪਾਂ ਨੇ, ਹੁਣ ਜਿਹੜੇ ਹੈਗੇ ਫਿਰ ਅੰਦਰ ਜਿਹੜੇ ਸੁਰਤ ਫਿਰ ਟਰੈਵਲ ਕਰਦੀ ਹੈ। ਜੋ ਡਾਟਾ ਪਿਆ ਹੋਇਆ ਪਾਸਟ ਸਾਰਾ ਦਾ ਸਾਰਾ ਜਿਹੜੀਆਂ ਲੀਹਾਂ ਹੈ, ਉਹ ਵਿਚਾਰ ਦਿੰਦੀਆਂ ਹੈ। ਗੇਮ ਸਾਰੀ ਦੀ ਸਾਰੀ ਵਿਚਾਰਾਂ ਦੀ ਹੈ। ਅੱਖਾਂ ਬੰਦ ਕਰਨ ਦੇ ਨਾਲ ਆਪਣੀ ਆਤਮਾ ਔਰ ਆਪਣੇ ਵਿੱਚ ਜਿਹੜੀ ਹੈ, ਆਪਣੇ ਮਨ ਦੇ ਵਿੱਚ ਸਿਰਫ ਜਿਹੜੇ ਹੈ ਵਿਚਾਰਾਂ ਦਾ ਪੜਦਾ ਹੈਗਾ। ਔਰ ਵਿਚਾਰ ਹੈਗੇ ਹਉਮੈ ਦੇ ਕਾਰਨ। ਆਪਾਂ ਆਪਣੇ ਆਪ ਨੂੰ ਆਪਾਂ ਸਮਝਦੇ ਹਾਂ ਵੀ ਮੈਂ ਸਰੀਰ ਹੈਗਾ। ਇਹ ਜਿਹੜਾ ਇਹ ਥੋੜ੍ਹਾ ਜਿਹਾ ਜਿਹੜਾ ਨਾ ਇਹਦੇ ਨਾਲ, ਕਿਉਂਕਿ ਜਿਹੜੇ ਹੈਗੇ ਆਪਾਂ ਨੂੰ ਜਿਹੜਾ ਹੈਗਾ ਇਹ ਪਤਾ ਲੱਗੇ ਨਾ ਆਪਾਂ ਹੈ ਕੌਣ ਆ, ਕੀ ਹੈ ਅੰਦਰ, ਜਿਹੜਾ ਕਿਸ ਤਰ੍ਹਾਂ ਦਾ ਸਿਸਟਮ ਹੈਗਾ ਅੰਦਰ, ਕੀ ਕਰਨਾ ਪੈਂਦਾ, ਕਿਉਂ ਜਿਹੜੇ ਅਸੀਂ ਧਿਆਨ ਸਿਮਰਨ ਕਰੀਏ, ਕਾਹਦੇ ਵਾਸਤੇ ਅਸੀਂ ਸੁਣਨ ਦੇ ਵਿੱਚ ਬੈਠੀਏ, ਇਹ ਸਾਰਾ ਪਤਾ ਲੱਗਣਾ ਚਾਹੀਦਾ। ਸੋਠ ਮਹੱਲਾ ਤੀਜਾ ਚੌਤੁਕੇ, ਸੱਚੀ ਭਗਤ
ਸਤਿਗੁਰ ਤੇ ਹੋਵੈ ਸੱਚੀ ਹਿਰਦੈ ਬਾਣੀ। ਹੁਣ ਭਗਤ ਕੀ ਹੈਗੀ? ਭਗਤ ਜਿਹੜੀ ਹੈਗੀ ਬਿਲਕੁਲ ਕਨਫਾਈਨਡ ਔਰ ਡਿਫਾਈਨਡ ਹੈਗੀ। ਭਗਤੀ ਹੈ ਹੀ ਜਿਹੜੀ ਹੈਗੀ ਆ, ਆਪਾਂ ਨੇ ਵਿਚਾਰ ਬੰਦ ਕਰਨੇ, ਆਪਣੇ ਵਿਚਾਰ ਅਸਵਾਰੀ ਕੀਜੈ ਸਹਿਜ ਕੇ ਪਾਵੜੇ ਪਗ ਤਰੇ ਲੀਜੇ। ਆਇਆ ਭਾਈ, ਆਇਆ ਭਗਤੀ। ਦੇ ਮੁਹਾਰ ਲਗਾਮ ਪਹਿਰਾਵੋ ਹਿੰਚੇ ਤਾਂ ਦੇ ਮੁਹਾਰ ਲਗਾਮ ਪਹਿਰਾਵੋ ਸਗਲ ਤਜੀਨ ਗगन दौड़ावो। अपने विचार असवारी कीजे सहज के पावड़े पग तर लीजे। चल रे बैकुंठ तुझे ले तारो हिंचे ता प्रेम के चाबुक मारो। देखो कबीर जी की कहते हैं, कहते आ मेरे मना लैके जावा तेनू दिखावा मैं तेरी आत्मा, ओ मालक परमात्मा आ तां सही ना, तू मेरे नाल आ तां सही, प्रैक्टिकल तां करना। सोठ महला तीसरा चौथ के, माफ़ करना जी। सच्ची भगत सतगुर ते होवै सच्ची हृदय बाणी। सतगुर सेवै सदा सुख पाए हौमे शब्दे समाणी। शब्द के द्वारा हौमे समा जाएगी। बिन सतगुर बिन गुर साचे भगत ना होवी। देख लो भाई, ऊपर लिखा सतगुरु लिखता, इत्थे गुरु लिखता। सतगुरु कौन है? सच्चा गुरु हैगा, सच हैगा ਜਿਹਦੇ ਕੋਲ। ਕਹਿੰਦੇ ਉਸ ਤੋਂ ਬਗੈਰ ਭਗਤੀ ਨਹੀਂ ਹੋ ਸਕਦੀ, ਉਸ ਤੋਂ ਬਗੈਰ ਭਗਤੀ ਹੋ ਹੀ ਨਹੀਂ ਸਕਦੀ। ਫਿਰ ਜਿਹੜਾ ਹੈਗਾ ਅਸੀਂ ਕੀ ਕਰੀ ਜਾ ਰਹੇ ਹਾਂ ਜੀ? ਇੰਨੇ ਤਾਂ ਸਮਾਂ ਹੋ ਗਿਆ। ਜਿਹੜੇ ਸਾਰੇ ਦੇਖ ਲਓ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਪਾਰਸੀ, ਪਾਦਰੀ, ਸਾਰੇ ਦੇ ਸਾਰੇ ਜਿਹੜੇ ਹੈਗੇ ਆਹ ਕੀ ਕਰੀ ਜਾ ਰਹੇ ਆ? ਇਹ ਭਗਤੀ ਲੱਭੀ ਜਾ ਰਹੇ ਆ, ਭਗਤੀ ਲੱਭਦੀ ਨਹੀਂ ਆ। ਬਿਨ ਗੁਰ ਸਾਚੇ ਭਗਤ ਨਾ ਹੋਵੀ ਹੋਰ ਭੂਲੀ ਫਿਰੈ ਇਆਣੀ। ਲਓ ਦੇਖ ਲਓ ਭਾਈ, ਕਹਿੰਦੇ ਇਆਣੇ ਆ, ਬੱਚੇ ਹੈਗੇ ਭਾਈ, ਭੁੱਲੇ ਹੋਏ ਆ। ਬਿਨ ਗੁਰ ਸਾਚੇ ਭਗਤ ਨਾ ਹੋਵੀ ਹੋਰ ਭੂਲੀ ਫਿਰੈ ਇਆਣੀ। ਕਿਉਂ? ਮਨ ਮੁਕੇ ਫਿਰੈ ਸਦਾ ਦੁੱਖ ਪਾਵੇਂ। ਕਹਿੰਦੇ ਧਰਮ ਦੇ ਰਸਤੇ ਤੇ ਵੀ ਮਨ ਨੂੰ ਹੀ ਅੱਗੇ ਕੀਤਾ ਹੋਇਆ, ਮਨ ਨੂੰ ਹੀ ਪ੍ਰਧਾਨ ਬਣਾਇਆ ਹੋਇਆ। ਇਹ ਬੱਚੇ ਦੇ ਹੱਥ ਹੀ ਸਟੀਅਰਿੰਗ ਦਿੱਤਾ ਹੋਇਆ। ਬੜੀ ਫੀਲਿੰਗ ਲੈਂਦੇ ਆ ਵੀ ਅਸੀਂ ਤਾਂ ਬੜੇ ਧਾਰਮਿਕ ਆ, ਅਸੀਂ ਤਾਂ ਬੜੇ ਸਵੇਰੇ ਉੱਠ ਜਾਂਦੇ ਹਾਂ ਜੀ, ਇੰਨੇ ਵਜੇ ਉੱਠ ਕੇ ਗੁਰਦੁਆਰੇ ਮੰਦਰ ਜਾ ਕੇ ਨੰਗੇ ਪੈਰੀਂ ਜਾ ਕੇ ਉੱਥੇ ਜਦ ਤੱਕ ਮੱਥਾ ਨਹੀਂ ਟੇਕ ਕੇ ਆਉਂਦੇ, ਪ੍ਰਸਾਦ ਨਹੀਂ ਚੜਾ ਕੇ ਆਉਂਦੇ, ਤਦ ਤੱਕ ਤਾਂ ਅਸੀਂ ਕੁਝ ਮੂੰਹ 'ਚ ਨਹੀਂ ਲਾਉਂਦੇ। ਉਹ ਤਾਂ ਹਾਲੇ ਆਪਾਂ ਜਿਹੜੇ ਹੈਗੇ ਭਗਤੀ ਲੱਭ ਰਹੇ ਹਾਂ ਭਾਈ, ਹਾਲੇ ਭਗਤੀ ਲੱਭ ਰਹੇ ਹਾਂ। ਮਨ ਮੁਕੇ ਫਿਰੈ ਸਦਾ ਦੁੱਖ ਪਾਵੇਂ। ਕਹਿੰਦੇ ਜੇ ਮਨ ਦੇ ਪਿੱਛੇ ਫਿਰਦਾ ਰਹਿ ਗਿਆ ਪਿਆਰਿਆ, ਦੇਖੋ ਸਦਾ ਦੁੱਖ ਪਾਵੇਂ ਲਿਖਿਆ ਹੋਇਆ। ਜਦ ਤੱਕ ਮਨ ਪਤੰਦਰ ਜਿਹੜਾ ਹੈਗਾ ਇਹਦੇ ਹੱਥੋਂ ਸਟੀਅਰਿੰਗ ਨਹੀਂ ਖੋਏਗਾ, ਤਦ ਤੱਕ ਗੱਲ ਨਹੀਂ ਬਣਨੀ। ਬਸ ਇਹ ਗਿਆਨ ਦੇ ਜੋ ਗੁਰੂ ਗਿਆਨ ਦੇ ਰਹੇ ਆ, ਜੋ ਇਹ ਦੱਸ ਰਹੇ ਆ, ਇਹਨਾਂ ਦੇ ਹੱਥ 'ਚ ਸਟੀਅਰਿੰਗ ਦੇਣਾ ਪਊਗਾ ਆਪਾਂ ਨੂੰ। ਔਰ ਜਿਹੜਾ ਹੈਗਾ ਇਹ ਬਿਲਕੁਲ ਆਪੋਜ਼ਿਟ ਯੂ ਟਰਨ ਲੈਣਾ ਪਊਗਾ ਆਪਾਂ ਨੂੰ। ਮਨ ਜਿਹੜਾ ਹੈਗਾ ਗਿਆਨ ਇੰਦਰੀਆਂ ਦੇ ਥਰੂ, ਕਰਮ ਇੰਦਰੀਆਂ ਦੇ ਥਰੂ ਬਾਹਰ ਆਕਾਰ ਮੈਟਰ ਦੇ ਨਾਲ ਲੱਗਿਆ ਹੋਇਆ। ਭਗਤੀ ਦੇ ਰਸਤੇ ਦੇ ਉੱਤੇ ਵੀ ਇੱਧਰ ਨਹਾ ਲਓ, ਇੱਧਰ ਯਾਤਰਾ ਕਰ ਲਓ, ਇੱਥੇ ਚਲੇ ਜਾਓ, ਮੱਕਾ ਮਦੀਨਾ ਚਲੇ ਜਾਓ, ਇੱਧਰ ਹਰਿਮੰਦਰ ਸਾਹਿਬ ਚਲੇ ਜਾਓ, ਹਜੂਰ ਸਾਹਿਬ ਚਲੇ ਜਾਓ, ਕੇਦਾਰਨਾਥ, ਬਦਰੀਨਾਥ, ਪਤਾ ਨਹੀਂ ਕਿੱਥੇ ਕਿੱਥੇ ਚਲੇ ਜਾਓ। ਇੱਥੇ ਨਹਾ ਲਓ, ਉੱਥੇ ਨਹਾ ਲਓ ਭਾਈ। ਨਹਾ ਲਓ ਜਿਹੜਾ ਹੈਗਾ ਇਹ ਪਾਣੀ ਦੇ ਨਾਲ ਜਿਹੜਾ ਹੈਗਾ ਮਨ ਦੀ ਮੈਲ ਲੈ ਜਾਂਦੀ ਹੈ। ਇਹ ਤਾਂ ਬੜਾ ਹੀ ਸੌਖਾ ਕੰਮ ਹੈਗਾ ਭਾਈ। ਫਿਰ ਇਹ ਜਿਹੜੇ ਹੈਗੇ ਸਾਰੇ ਵਿਚਾਰੇ ਡੱਡੂ ਹੋਰ ਜਿਹੜੇ ਹੈਗੇ ਮੱਛੀਆਂ, ਇਹ ਇੰਨੇ ਸਮੇਂ ਤੋਂ ਨਹਾ ਰਹੀਆਂ ਪਾਣੀ ਦੇ ਵਿੱਚ ਹੀ ਹੈਗੀਆਂ। ਇਹਨਾਂ ਦੀ ਮੈਲ ਜਿਹੜੀ ਆ ਇਹ ਤਾਂ ਫਿਰ ਪਰਮਾਤਮਾ ਦੇ ਕੋਲ ਹੋਣੇ ਚਾਹੀਦੇ ਸੀ। ਇਹ ਵਿਚਾਰੇ ਕਿਉਂ ਤੜਫ ਰਹੇ ਪਾਣੀ ਦੇ ਵਿੱਚ? ਬਿਨ ਗੁਰ ਸਾਚੇ ਭਗਤ ਨਾ ਹੋਵੇ ਹੋਰ ਭੂਲੀ ਫਿਰੈ ਇਆਣੀ। ਮਨ ਮੁਖ ਫਿਰੈ ਸਦਾ ਦੁੱਖ ਪਾਵੇਂ ਡੂਬ ਮੂਏ ਬਿਨ ਪਾਣੀ। ਲਓ ਕਹਿੰਦੇ ਇਹ ਤਾਂ ਜਿਹੜਾ ਇਹਨਾਂ ਨੇ ਤਾਂ ਆਪਣਾ ਜੀਵਨ ਹੀ ਖਤਮ ਕਰਤਾ। ਕਹਿੰਦੇ ਬਗੈਰ ਪਾਣੀ ਦੇ ਹੀ ਡੁੱਬ ਗਏ ਭਾਈ। ਇਹ ਜਿਹੜੇ ਬਗੈਰ ਪਾਣੀ ਦੇ ਹੀ ਡੁੱਬ ਗਏ। ਐਸਾ ਮੋਹ ਦਾ ਚਿੱਕੜ ਹੈਗਾ, ਐਸਾ ਪਦਾਰਥਾਂ ਦਾ ਮੋਹ ਪਾਇਆ ਮਾਲਕ ਪਰਮਾਤਮਾ। ਚਿੱਕੜ ਹੈਗਾ, ਇਹਦੇ ਵਿੱਚ ਡੁੱਬ ਗਏ, ਖੁੱਭ ਗਏ, ਖੱਪ ਗਏ। ਬਸ ਸਿਖਰਲੇ ਡੰਡੇ ਤੇ ਸੀਗੇ, ਛੁੱਟ ਗਿਆ। ਇਸ ਤੋਂ ਉੱਪਰ ਤਾਂ ਪਰਮਾਤਮਾ ਹੈਗਾ, ਇਸ ਤੋਂ ਥੱਲੇ 84 ਲੱਖ ਜੂਨਾ ਹੈ। ਪਤਾ ਨਹੀਂ ਹੁਣ ਆਪਾਂ ਕਿੰਨੇ ਕੁ ਜਿਹੜੇ ਹੈਗੇ ਆਪਾਂ ਕਿੰਨੀ ਕੁ ਗਾਰਬੇਜ ਆਪਾਂ ਨੇ ਚੱਕ ਲਈ ਹੈ ਭਾਈ।
ਉਹਦੇ ਹਿਸਾਬ ਦੇ ਨਾਲ ਆਪਣੀ ਜੂਨ ਜਿਹੜਾ ਧਰਮਰਾਜ ਬੈਠਾ ਹੈ ਉਹਨੇ ਨਿਰਧਾਰਿਤ ਕਰ ਦੇਣੀ, ਡਿਸਾਈਡ ਕਰ ਦੇਣਾ। ਉਹਨੇ ਆਪਣੀ ਇਵੈਲੂਏਸ਼ਨ ਕਰਨੀ ਹੈ ਪੂਰੀ ਦੀ ਪੂਰੀ, ਜਿੰਨੀ ਕੁ ਉਮਰ ਦਿੱਤੀ ਸੀ ਪੂਰੇ ਦੀ ਪੂਰੀ। ਭਾਈ ਰੇ ਭਾਈ ਰੇ ਭਾਈ ਰੇ ਸਦਾ ਰਹੋ ਸਰਨਾਈ। ਦੇਖੋ ਕਿੰਨਾ ਜਿਹੜਾ ਹੈਗਾ ਤੀਸਰੀ ਪਾਤਸ਼ਾਹੀ ਭਰਾ ਕਹਿ ਕੇ ਕਹਿ ਰਹੀ, ਹੇ ਮੇਰੇ ਭਰਾ, ਹੇ ਮੇਰੇ ਭਰਾ ਪਲੀਜ਼, ਜਿਸ ਤਰ੍ਹਾਂ ਕਹਿੰਦੇ ਦੇਖ ਸ਼ਰਨਾਈ ਪੈ ਜਾ, ਮਾਲਕ ਪਰਮਾਤਮਾ ਦੀ ਸ਼ਰਨ 'ਚ ਚਲੇ ਜਾ, ਮਾਲਕ ਦੀ ਸ਼ਰਨ 'ਚ ਚਲੇ ਜਾ। ਆਪਣੀ ਨਜ਼ਰ ਕਰੇ ਪਤ ਰਾਖੈ, ਹਰ ਨਾਮੋਂ ਦੇ ਵਡਿਆਈ। ਮਾਲਕ ਨੇ ਮਿਹਰ ਕਰ ਦੇਣੀ ਆ ਔਰ ਤੈਨੂੰ ਸਤਿਗੁਰੂ ਮਿਲਾ ਦੇਣਾ ਹੈ। ਤੇਰੀ ਇੱਜ਼ਤ ਰਹਿ ਜਾਣੀ ਹੈ ਲੋਕ ਪਰਲੋਕ ਦੇ ਵਿੱਚ, ਨਾਮ ਰੂਪੀ ਵਸਤੂ ਤੇਰੇ ਕੋਲ ਆ ਜਾਣੀ ਹੈ, ਵਡਿਆਈ ਦੇ ਦੇਣੀ ਹੈ। ਤੂੰ ਜਿਹੜਾ ਹੈਗਾ ਨਾਮ ਦੇ ਵਾਸਤੇ ਗਤੀ ਕਰਨੀ ਸ਼ੁਰੂ ਕਰ ਦੇਣੀ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਰਹਾਓ ਪੂਰੇ ਗੁਰ ਤੇ ਆਪ ਪਛਾਤਾ, ਸ਼ਬਦ ਸੱਚੇ ਵਿਚਾਰਾ। ਆ ਦੇਖ ਲਓ ਕੀ ਕਹਿ ਰਹੀ ਬਾਣੀ। ਕਹਿੰਦੇ ਪੂਰੇ ਗੁਰੂ ਨੇ ਦੱਸਿਆ, ਪੂਰੇ ਗੁਰੂ ਨੇ ਜਿਹੜਾ ਹੈਗਾ ਪੂਰਾ ਦਾ ਪੂਰਾ ਲਾਈਟ, ਗੁਰੂ ਨੇ ਤਾਂ ਲਾਈਟ ਦਿੱਤੀ ਤੇ ਪਤਾ ਲੱਗਿਆ ਵੀ ਮੇਰੇ ਅੰਦਰ ਹੀ ਗਾਰਬੇਜ ਤਾਂ ਸਾਰੀ ਮੇਰੇ ਅੰਦਰ ਹੀ ਆ। ਮੈਂ ਤਾਂ ਲੋਕਾਂ ਦੇ ਅਵਗੁਣ ਫੋਲਦਾ ਫਿਰਦਾ ਸੀਗਾ, ਮੈਂ ਤਾਂ ਉਮਰ ਹੀ ਲੰਘਾ ਦਿੱਤੀ ਬਾਹਰ ਲੋਕਾਂ ਨੂੰ ਸਿੱਧੇ ਕਰਦਿਆਂ ਨੂੰ। ਕੋਈ ਹੋਇਆ ਤਾਂ ਸਿੱਧਾ, ਕੋਈ ਹੋਇਆ ਨਹੀਂ। ਔਰ ਆਪ ਜਿਹੜਾ ਹੈਗਾ ਪੂਰਾ ਭਰ ਗਿਆ। ਕਿਉਂਕਿ ਜਿਹੜੇ ਇਨਸਾਨ ਜਿੱਥੇ ਗਤੀ ਕਰ ਰਿਹਾ ਆ, ਜੇ ਇਨਸਾਨ ਜਿਹੜਾ ਲੋਕਾਂ ਦੇ ਅਵਗੁਣਾਂ ਵੱਲ ਗਤੀ ਕਰ ਰਿਹਾ, ਤੇ ਲਾਜ਼ਮੀ ਹੈਗੇ ਕਿ ਉਹਦੇ ਅੰਦਰ ਉਹ ਅਵਗੁਣ ਜਿਹੜੇ ਹੈਗੇ ਪੱਕੀਆਂ ਲੀਹਾਂ ਬਣਨੀਆਂ ਲਾਜ਼ਮੀ ਹੈਗੀਆਂ। ਕੋਈ ਨਹੀਂ ਰੋਕ ਸਕਦਾ ਉਹਨਾਂ ਨੂੰ। ਇੰਨੀਆਂ ਪੱਕੀਆਂ ਲੀਹਾਂ ਹੋ ਜਾਣਗੀਆਂ, ਉਹ ਅਵਗੁਣ ਪੂਰੇ ਪਰਮਾਨੈਂਟ ਸਥਿਰ ਹੋ ਜਾਣਗੇ ਉਹਦੇ ਅੰਦਰ। ਉਹ ਅਵਗੁਣਾਂ ਦਾ ਪੁਤਲਾ ਬਣ ਜਾਏਗਾ, ਕਿਉਂਕਿ ਉਹਦੀ ਖਰੀਦ ਫਰੋਖਤ ਜਿਹੜੀ ਹੈਗੀ ਉਹ ਅਵਗੁਣ ਹੈਗੀ। ਜਿੱਥੇ ਵੀ ਇਹ ਸਵਾਸ ਲਗਾਉਂਦੇ, ਜਿੱਥੇ ਵੀ ਧਿਆਨ ਲਗਾਉਂਦੇ ਆ, ਜਿੱਥੇ ਵੀ ਸੁਰਤ ਟਿਕਾਉਂਦੇ ਆ, ਉਹ ਚੀਜ਼ ਆਪਣੇ ਅੰਦਰ ਲਾਜ਼ਮੀ ਜਿਹੜੀਆਂ ਹੈਗੀਆਂ ਉਹਨੇ ਲੀਹਾਂ ਬਣਾਉਣੀਆਂ। ਜੇ ਕਾਮ ਦੇ ਵਿੱਚ ਗਤੀ ਕਰ ਰਹੇ ਹਾਂ ਤੇ ਕਾਮ ਦੀ ਪ੍ਰਵਿਰਤੀ ਆਪਣੇ ਅੰਦਰ ਆਉਣੀ ਡੈਫੀਨੇਟਲੀ ਆਉਣੀ। ਜੋ ਵੀ ਕੁਛ ਕਰ ਰਹੇ ਹਾਂ ਆਪਾਂ, ਬਸ ਉਹਨਾਂ ਨੇ ਉਹ ਆਪਣੇ ਅੰਦਰ ਘਰ ਕਰਨਾ ਹੈ। ਔਰ ਇਹ ਜਿਹੜੇ ਹੈਗੇ ਇਹ ਜਿਹੜੇ ਸਵਾਦ ਹੈਗੇ ਸਾਰੇ, ਇਹ ਦੁਨੀਆ ਦੇ ਪਦਾਰਥਾਂ ਦੇ, ਕਾਮ ਦਾ, ਦੁਨੀਆ ਦੇ ਖਾਣ ਦੇ ਸਵਾਦ, ਇਹਨਾਂ ਦੇ ਨਾਲ ਜਿਹੜਾ ਹੈਗਾ ਆਪਣਾ ਸਰੀਰ ਵੀ ਜਿਹੜਾ ਹੈਗਾ ਰੋਗੀ ਹੋਏਗਾ ਤੇ ਮਨ ਤਾਂ ਰੋਗੀ ਹੋਏਗਾ ਹੀ ਹੋਏਗਾ। ਪੂਰੇ ਗੁਰ ਤੇ ਆਪ ਪਛਾਤਾ। ਇੱਥੋਂ ਦੇਖ ਲਓ, ਆਪ ਫਿਰ ਆਪਣੇ ਅੰਦਰ ਪਤਾ ਲੱਗਦਾ ਹੈ ਭਾਈ ਸਾਰਾ ਮੇਰੇ ਅੰਦਰ ਤਾਂ ਇੰਨਾ, ਤਾਂ ਮੇਰੇ ਅੰਦਰ ਤਾਂ 4 ਸਪੇਰੇ ਗਾਰਬੇਜ ਹੈ। ਮੇਰੇ ਅੰਦਰ ਕਿੱਥੋਂ ਨਾਮ ਆਊਗਾ? ਨਾਮ ਕਿਵੇਂ ਪ੍ਰਗਟ ਹੋਊਗਾ? ਪਰਮਾਤਮਾ ਤਾਂ ਹੋਣਾ ਦੂਰ ਦੀ ਗੱਲ ਆ। ਮੈਂ ਕਿਵੇਂ ਆਪਣੀ ਆਤਮਾ ਨੂੰ ਦੇਖੂੰਗਾ? ਪੂਰੇ ਗੁਰ ਤੇ ਆਪ ਪਛਾਤਾ, ਉਹਨੇ ਪਛਾਣ ਲਿਆ ਪਾਏ, ਸ਼ੁਰੂ ਕਰਤਾ ਫਿਰ ਧਿਆਨ ਸਿਮਰਨ ਕਰਨਾ। ਜਦ ਆਪਾਂ ਸੁਣਨ ਦੇ ਵਿੱਚ, ਜਦ ਵਿਚਾਰ ਸ਼ੂਨਯ ਹੁੰਦੇ ਆ, ਉਸੇ ਵੇਲੇ ਡਿਲੀਟ ਲੱਗ ਜਾਂਦਾ, ਗਾਰਬੇਜ ਜਿਹੜਾ ਹੈਗਾ ਚੱਕਿਆ ਜਾਂਦਾ। ਆਪਾਂ ਨੂੰ ਨਹੀਂ ਪਤਾ ਲੱਗਦਾ, 9, 10, 15 ਦਿਨ। ਉਹ ਮਹਾਰਾਜ ਕਹਿੰਦੇ 9 ਦਿਨਾਂ ਬਾਅਦ ਤੇਰੇ ਅੰਦਰ ਜਿਹੜਾ ਹੈਗਾ, 9ਵੇਂ ਦਿਨ ਤੈਨੂੰ ਪਤਾ ਲੱਗਣਾ ਚਾਹੀਦਾ ਵੀ ਤੇਰੇ ਅੰਦਰ ਕੁਛ ਹਲਕਾ ਹੋ ਗਿਆ, ਥੋੜ੍ਹਾ ਜਿਹੀ ਸ਼ਾਂਤੀ ਆ ਗਈ। 8 ਦਿਨ ਕਰਕੇ ਦੇਖ, 8 ਦਿਨ ਰੈਗੂਲਰ ਕਰਕੇ ਦੇਖ, 9ਵੇਂ ਦਿਨ ਤੇਰੇ ਅੰਦਰ ਚੇਂਜ ਆ ਜਾਏਗਾ, ਡੈਫੀਨੇਟਲੀ ਆ ਜਾਏਗਾ। ਇਹ ਥੋੜ੍ਹੀ ਨਾ ਕਿ ਬਈ ਜੇ 20 ਸਾਲ, 25 ਮੇਰੇ ਵਰਗੇ ਨੂੰ 50 ਸਾਲ ਹੋ ਗਏ, ਤੇ ਉੱਥੇ ਦੇ ਉੱਤੇ ਹੋਰ ਜ਼ਿਆਦਾ ਜਿਹੜਾ ਹੈਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤਾਂ ਹੋਰ ਵੱਧ ਗਿਆ। ਆਪਾਂ ਨੇ ਆਹੀ ਚੈੱਕ ਹੈਗਾ ਭਾਈ, ਆਹੀ ਲਿਟਮਸ ਟੈਸਟ ਹੈਗਾ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ, ਜੋ ਜਿਹੜੀ ਹੈਗੀ ਈਰਖਾ, ਇਹ ਜਿਹੜਾ ਰਾਗ ਦਵੇਸ਼, ਇਹ ਸਾਰੇ ਜਿਹੜੇ ਹੈਗੇ ਆਪਣੇ ਅੰਦਰ ਕੋਈ ਘਟੇ ਹੈਗੇ। ਜੇ ਘਟੇ ਹੈਗੇ ਤੇ ਪੋਸੀਬਿਲਿਟੀ ਹੈਗੀ ਭਾਈ, ਜੇ ਘਟੇ ਨਹੀਂ ਹੈਗੇ ਤੇ ਵਧੇ ਹੈਗੇ, ਫਿਰ ਭਾਈ ਆਪਣਾ ਜੀਵਨ ਹੈਗਾ, ਮਨੁੱਖੀ ਜੀਵਨ ਤਾਂ ਆਪਣੀ ਜਾਣੀ ਆ। ਫਿਰ ਡਰਾਪ ਕਰੋ ਭਾਈ, ਛੱਡੋ ਉਸ ਬੋਟ ਨੂੰ, ਉਤਰ ਪਰੇ ਹੋ ਝਬਕ ਉਤਰੋ ਤੇ ਹੋਰ ਦੇਖੋ ਵੀ ਗੁਰੂ ਨੂੰ ਕੰਸਲਟ ਕਰੋ ਵੀ ਮੇਰੇ ਅੰਦਰ ਚੇਂਜ ਨਹੀਂ ਆ ਰਿਹਾ। ਮੈਂ ਤਾਂ ਗੁਰਬਾਣੀ ਪੜ੍ਹੀ ਜਾ ਰਿਹਾ, ਮੈਂ ਤਾਂ ਜੀ ਵਿਚਾਰ ਕਰੀ ਜਾ ਰਿਹਾ, ਮੈਂ ਤਾਂ ਜੀ ਸਾਰਿਆਂ ਦੀ ਕਥਾ ਸੁਣੀ ਜਾ ਰਿਹਾ, ਪਰ ਮੈਂ ਧਿਆਨ ਸਿਮਰਨ ਤਾਂ ਕਰਦਾ ਨਹੀਂ ਹਾਂ। ਬਸ ਆਹੀ ਹੈ। ਆਪਣੇ ਆਪ ਨੂੰ ਦੇਖੋ ਭਾਈ, ਇਸ ਬਾਣੀ ਦੇ ਨਾਲ ਇਹ ਜਿਹੜੀ ਹੈਗੀ ਬ੍ਰਹਮ ਬਾਣੀ ਹੈਗੇ, ਬ੍ਰਹਮ ਬੋਲ ਹੈਗੇ, ਇਹ ਕੋਈ ਕਿਸੇ ਹਿੰਦੂ ਦਾ ਨਹੀਂ, ਕਿਸੇ ਸਿੱਖ ਦਾ ਨਹੀਂ ਹੈ। ਇਹ ਜਿਹੜੇ ਹੈਗੇ
ਇਹ ਜਿਹੜੇ ਆ ਬ੍ਰਹਮ ਗਿਆਨੀਆਂ ਦੇ ਬੋਲ ਹੈਗੇ। ਇਹਦੇ ਵਿੱਚ ਮੁਸਲਮਾਨ ਵੀ ਹੈਗੇ, ਹਿੰਦੂ ਵੀ ਹੈਗੇ, ਸਿੱਖ ਵੀ ਹੈਗੇ, ਸਿੱਖਾਂ ਦੀ ਬਾਣੀ ਵੀ ਹੈਗੀ। ਜਿਹੜੇ ਸਾਰੇ ਜਿਹੜੇ ਹੈਗੇ ਇਹ ਤਾਂ ਬ੍ਰਹਮ ਬਾਣੀ ਹੈਗੀ ਭਾਈ। ਇਹਦੇ ਵਰਗਾ ਤਾਂ ਜਿਹੜਾ ਹੈਗਾ ਇਹ ਤਾਂ ਪਤਾ ਨਹੀਂ ਜਿਹੜੀ ਹੈਗੀ ਇਹਦਾ ਆਪਾਂ ਕੀ ਕਹਿ ਸਕਦੇ ਹਾਂ ਕਿ ਕਿੰਨੀ ਕੁ ਇਹਦੀ ਕੀਮਤ ਹੈਗੀ। ਪੂਰੇ ਗੁਰ ਤੇ ਆਪ ਪਛਾਤਾ, ਸ਼ਬਦੇ ਸੱਚੇ ਵਿਚਾਰਾ। ਸ਼ਬਦ ਦੇ ਦੁਆਰਾ ਔਰ ਸੱਚੇ ਸ਼ਬਦ ਦੇ ਦੁਆਰਾ, ਸੱਚੇ ਵਿਚਾਰ ਦੇ ਦੁਆਰਾ ਵਿਚਾਰਿਆ ਹੈ, ਆਪਣੇ ਆਪ ਨੂੰ ਪਛਾਣ ਲਿਆ। ਬਈ ਬੈਠ ਕੇ ਭਾਈ ਧਿਆਨ ਨਾਲ ਸੋਚ ਲਾ ਗੱਲ ਜੋ ਮਹਾਰਾਜ ਹੁਣ ਕਹਿ ਰਹੇ ਆਪਾਂ ਸੋਚ ਲਈਏ ਵੀ ਇਹਦੇ ਵਿੱਚ ਕੋਈ ਕਿਸੇ ਪਾਸਿਓਂ ਕੋਈ ਇਹਦੇ ਵਿੱਚ ਜਿਹੜਾ ਹੈਗਾ ਕੋਈ ਹੈ ਝੂਠ, ਕੋਈ ਇਹਦੇ ਵਿੱਚ ਜਿਹੜੀ ਹੈਗੀ ਅਤੀਸ਼ੋਕਤੀ ਹੈਗੀ। ਇਹ ਤਾਂ ਬਿਲਕੁਲ ਬਾਣੀ ਜਿਹੜੀ ਆਪਣੇ ਤੇ ਤੀਰ ਆਪਣੇ ਤੇ ਲੱਗਣੇ ਚਾਹੀਦੇ ਆਪਣੇ ਅੰਦਰ। ਇਹ ਬਾਣੀ, ਇਹ ਗੱਲ, ਇਹ ਬੋਲ ਜਿਹੜੇ ਆਪਣੇ ਅੰਦਰ ਖੁੱਭ ਜਾਣੇ ਚਾਹੀਦੇ। ਆਪਾਂ ਜਿਹੜੇ ਹੈਗੇ ਅੰਤਰਮੁਖੀ ਹੋ ਜਾਣਾ ਚਾਹੀਦਾ ਆਪਾਂ ਨੂੰ। ਪੂਰੇ ਗੁਰ ਤੇ ਆਪ ਪਛਾਤਾ, ਸ਼ਬਦ ਸੱਚੇ ਵਿਚਾਰਾ। ਹਿਰਦੈ ਜਗ ਜੀਵਨ ਸਦ ਵਸਿਆ ਆਲੋ। ਉਹ ਮਾਲਕ ਪਰਮਾਤਮਾ ਵਸ ਗਿਆ ਭਾਈ, ਹਮੇਸ਼ਾ ਵਾਸਤੇ ਵਸ ਗਿਆ ਪਰਮਾਤਮਾ। ਲੱਗ ਗਿਆ ਹੁਣ ਖੋਜ ਵਾਸਤੇ ਜਿਹੜਾ ਹੈਗਾ ਰਾਮ ਰਾਮ ਬੋਲ ਬੋਲ, ਖੋਜ ਤੇ ਬੜ ਭਾਗੀ। ਲੱਗ ਗਿਆ ਭਾਈ ਧਿਆਨ ਸਿਮਰਨ ਕਰਨ ਵਾਸਤੇ। ਹਿਰਦੈ ਜਗ ਜੀਵਨ ਸਦ ਵਸਿਆ, ਤਜ ਕਾਮ ਕ੍ਰੋਧ ਅਹੰਕਾਰਾ ਆਲੋ। ਕਹਿੰਦੇ ਜਦ ਪਰਮਾਤਮਾ ਅੰਦਰ ਵਸ ਰਿਹਾ ਆ, ਪਰਮਾਤਮਾ ਵਸਣਾ ਕੀ ਆ, ਉਹਦਾ ਧਿਆਨ, ਉਹਦੀ ਯਾਦ ਵਸ ਰਹੀ ਹੈ ਮਾਲਕ ਦੀ, ਤੇ ਡੈਫੀਨੇਟਲੀ ਉੱਥੋਂ ਜਿਹੜੇ ਆ ਵਿਚਾਰ ਜਾਣੇ ਚਾਹੀਦੇ ਆ। ਕਾਮ ਕ੍ਰੋਧ ਲੋਭ ਹੰਕਾਰ ਜਿਹੜੇ ਆ ਇਹ ਤਜੇ ਜਾਣੇ ਚਾਹੀਦੇ। ਇਹ ਬਾਈ ਪ੍ਰੋਡਕਟ ਹੈਗਾ, ਬਾਈ ਪ੍ਰੋਡਕਟ ਹੈ, ਆਟੋਮੈਟਿਕਲੀ ਜਾਣਗੇ। ਬਸ ਆਪਾਂ ਨੇ ਸਿਰਫ ਜਿਹੜਾ ਹੈਗਾ ਦੇਖਣਾ ਹੈ ਵੀ ਸਟੀਅਰਿੰਗ ਜਿਹੜਾ ਬੱਚੇ ਦੇ ਹੱਥ 'ਚ ਨਾ ਹੋਏ। ਹਿਰਦੈ ਜਗ ਜੀਵਨ ਸਦ ਵਸਿਆ, ਤਜ ਕਾਮ ਕ੍ਰੋਧ ਅਹੰਕਾਰਾ। ਸਦਾ ਹਜੂਰ ਰਵਿਆ ਸਭ ਠਾਈ, ਹਿਰਦੈ ਨਾਮ ਅਪਾਰਾ। ਲੋ ਹਜੂਰੀ 'ਚ ਚਲਾ ਗਿਆ ਪਰਮਾਤਮਾ। ਬਿਲਕੁਲ ਮਾਲਕ ਆਪਾਂ ਧਿਆਨ ਸਿਮਰਨ ਕਰਦੇ ਹਾਂ, ਬਸ ਸਮਝ ਲਓ ਵੀ ਮੈਂ ਆਪਣੇ ਨਾਲ ਬੈਠਾ ਹੋਇਆ, ਮੈਂ ਆਤਮਾ ਦੇ ਨਾਲ ਬੈਠਾ ਹਾਂ। ਬਸ ਆਹੀ ਧਿਆਨ ਹੈ, ਆਹੀ ਭਗਤੀ ਹੈਗੀ। ਹੋਰ ਵਾਹਿਗੁਰੂ ਵਾਹਿਗੁਰੂ ਰਾਮ ਰਾਮ, ਇਹ ਜਿਹੜਾ ਹੈਗਾ ਇਸੇ ਨੂੰ ਪੁਕਾਰਨਾ ਹੈਗਾ। ਬਸ ਇਹੀ ਭਗਤੀ ਹੈ। ਬਸ ਬੈਠ ਜਾਓ, ਬਸ ਮਾਲਕ ਚੁੱਪ ਹੈਗਾ, ਉਹ ਮਾਲਕ ਚੁੱਪ ਹੈਗਾ, ਮਾਲਕ ਸੁੰਨ ਹੈਗਾ। ਮਾਲਕ ਕਹਿੰਦਾ ਤੂੰ ਵੀ ਸੁੰਨ ਹੋ ਜਾ, ਤੇ ਆਪਾਂ ਦੋਨਾਂ ਦੀ ਕਮਿਊਨੀਕੇਸ਼ਨ ਸ਼ੁਰੂ ਹੋ ਜਾਊਗੀ। ਫਿਰ ਉਹ ਸੁੰਨ ਦੀ ਭਾਸ਼ਾ ਚੱਲਦੀ ਆ ਉੱਥੇ। ਚੁੱਪ ਹੋ ਜਾ, ਵਿਚਾਰ ਨਹੀਂ ਚੱਲਦੇ, ਵਿਚਾਰ ਬੰਦ ਕਰ ਦਿਓ। ਬਸ ਜੇ ਮਾਲਕ ਦੇ ਨਾਲ ਗੱਲਬਾਤ ਕਰਨੀ ਹੈ, ਮਾਲਕ ਨਾਲ ਜੁੜਨਾ ਹੈ ਤੇ ਹਿਰਦੇ ਜਗ ਜੀਵਨ ਸਦ ਵਸਿਆ, ਤਜ ਕਾਮ ਕ੍ਰੋਧ ਅਹੰਕਾਰਾ। ਸਦਾ ਹਜੂਰ ਰਵਿਆ ਸਭ ਠਾਈ, ਹਿਰਦੇ ਨਾਮ ਅਪਾਰਾ। ਹਜੂਰੀ 'ਚ ਆ ਗਏ ਮਾਲਕ ਪਰਮਾਤਮਾ ਦੀ। ਉਹ ਮਾਲਕ ਜਿਹੜਾ ਹਰੇਕ ਜਗ੍ਹਾ 'ਤੇ ਰਵਿਆ ਹੋਇਆ ਹੈ। ਦੇਖ ਲਓ, ਕੋਈ ਐਸੀ ਜਗ੍ਹਾ ਹੀ ਨਹੀਂ ਹੈ ਜਿੱਥੇ ਮਾਲਕ ਪਰਮਾਤਮਾ ਨਾ ਹੋਏ। ਇਹ ਸਾਰੀ ਦੀ ਸਾਰੀ ਸ੍ਰਿਸ਼ਟੀ ਉਸ ਮਾਲਕ ਪਰਮਾਤਮਾ ਦੇ ਅੰਦਰ ਹੀ ਹੈਗੀ ਹੈ। ਇਹ ਪੇਂਟਿੰਗ ਜਿਹੜੀ ਮਾਲਕ ਨੇ ਬਣਾਈ ਹੈ, ਇਹਦੇ ਵਿੱਚ ਆਪ ਪੇਂਟਰ ਹੈਗਾ। ਬਾਕੀ ਪੇਂਟਿੰਗ ਹੁੰਦੀ ਹੈ, ਪੇਂਟਰ ਵੱਖ ਹੁੰਦਾ ਹੈ, ਪੇਂਟਿੰਗ ਅਲੱਗ ਹੁੰਦੀ ਹੈ। ਇਹ ਐਸੀ ਮਾਲਕ ਨੇ ਪੇਂਟਿੰਗ ਬਣਾਈ ਹੈ ਜਿਹਦੇ ਵਿੱਚ ਮਾਲਕ ਪਰਮਾਤਮਾ ਆਪ ਪੂਰੀ ਤਰ੍ਹਾਂ ਰਵਿਆ ਹੋਇਆ। ਸਦਾ ਹਜੂਰ ਰਵਿਆ ਸਭ ਠਾਈ, ਹਿਰਦੇ ਨਾਮ ਅਪਾਰਾ। ਇਸ ਤਰ੍ਹਾਂ ਹਿਰਦੇ 'ਚ ਆ ਜਾਂਦਾ ਹੈ ਭਾਈ ਨਾਮ, ਪਤਾ ਲੱਗ ਜਾਂਦਾ ਹੈ ਭਾਈ ਆਹ ਕੰਮ ਕਰਨ ਵਾਲਾ ਹੈ। ਧਿਆਨ ਸਿਮਰਨ ਆਹੀ ਹਿਰਦੇ 'ਚ ਨਾਮ ਆ ਗਿਆ। ਜਿਨ ਹਰ ਹਿਰਦੇ ਨਾਮ ਨਾ ਵਸਿਆ, ਲਓ ਵਸ ਗਿਆ ਹਿਰਦੇ 'ਚ। ਸਦਾ ਹਜੂਰ ਰਵਿਆ ਸਭ ਠਾਈ, ਹਿਰਦੇ ਨਾਮ ਅਪਾਰਾ। ਹੁਣ ਫਿਰ ਬਸ ਉਹ ਅਵੇਸਲਾ ਥੋੜ੍ਹੀ ਨਾ ਹੋਏਗਾ। ਜੁਗ ਜੁਗ ਬਾਣੀ ਸ਼ਬਦੇ ਪਛਾਣੀ। ਕਹਿੰਦੇ ਆਹ ਜਿਹੜੀ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਆ, ਉਸ ਤੋਂ ਪਹਿਲਾਂ ਜਿਹੜੀ ਹੈਗੀ ਆਹ ਜਿਹੜੀ ਸ਼ਬਦ ਦੀ ਇਹ ਬਾਣੀ, ਇਸ 'ਚੋਂ ਨਿਕਲਣ ਦੀ ਜਿਹੜੇ ਜਾਲ 'ਚ ਮਾਲਕ ਨੇ ਦੁਨੀਆ ਨੂੰ ਪਾਇਆ ਹੋਇਆ ਆ, ਇਸ 'ਚੋਂ ਨਿਕਲਣ ਦਾ ਰਸਤਾ ਵੀ ਉਸੇ ਟਾਈਮ ਬਣਾ ਦਿੱਤਾ। ਜੁਗਾਂ ਤੋਂ ਬਣਾ ਦਿੱਤਾ। ਬ੍ਰਹਮ ਗਿਆਨ ਹਰੇਕ ਯੁੱਗ 'ਚ ਹੋਏਗਾ। ਬ੍ਰਹਮ ਗਿਆਨ ਨਹੀਂ ਹੈਗਾ ਤੇ ਉਸੇ ਵੇਲੇ ਸ੍ਰਿਸ਼ਟੀ ਖਤਮ ਹੋ ਜਾਏਗੀ। ਪਰਪਸ ਹੀ ਨਹੀਂ ਰਹਿੰਦਾ ਪਰਮਾਤਮਾ ਦਾ ਦੁਨੀਆ ਬਣਾਉਣ ਦਾ। ਖਾਲੀ ਫਸਾ ਕੇ ਛੱਡ ਦੇਣਾ ਉਹਨੇ ਮਾਲਕ ਪਰਮਾਤਮਾ ਨੇ ਆਪਾਂ ਨੂੰ।
ਜੁਗ ਜੁਗ ਬਾਣੀ ਸ਼ਬਦੇ ਪਛਾਣੇ, ਨਾਉ ਮੀਠਾ ਮਨੇ ਪਿਆਰਾ। ਮਿੱਠਾ ਨਾਮ ਜਿਹੜਾ ਹੈਗਾ ਮਨ ਦੇ ਵਿੱਚ ਪਿਆਰਾ ਲੱਗਦਾ ਹੈ। ਹੁਣ ਜਿਹੜਾ ਸੁਖੈਨ ਜਿਹੜਾ ਹੈਗਾ ਅੱਗੇ ਜਿਹੜਾ ਹੈਗਾ ਕਹਿੰਦੇ ਜੀ ਮਨ ਤਾਂ ਖੜਦਾ ਨਹੀਂ ਆ, ਨਾਮ ਕਿਵੇਂ ਜਪ ਲਈਏ, ਮਨ ਤਾਂ ਖੜਦਾ ਨਹੀਂ ਆ, ਵਿਚਾਰ ਤਾਂ ਬੰਦ ਨਹੀਂ ਹੁੰਦੇ। ਉਹ ਭਾਈ ਜੇ ਵਿਚਾਰ ਹੀ ਬੰਦ ਹੋ ਗਏ ਤੁਹਾਡੇ ਤੇ ਫਿਰ ਨਾਮ ਜਪਣ ਦੀ ਜਾਂ ਧਿਆਨ ਸਿਮਰਨ ਕਰਨ ਦੀ ਲੋੜ ਕੀ ਹੈਗੀ? ਫਿਰ ਸੁਣਨ 'ਚ ਬੈਠਣ ਦੀ ਕੀ ਲੋੜ ਹੈ ਭਾਈ? ਜੇ ਵਿਚਾਰ ਬੰਦ ਹੋ ਗਏ ਤੇ ਤੁਸੀਂ ਪ੍ਰੈਜੈਂਟ 'ਚ ਆ ਗਏ ਫਿਰ ਤਾਂ ਗੇਮ ਜਿੱਤੀ ਗਈ। ਵਿਚਾਰ ਬੰਦ ਕਰਨੇ ਕੀ ਹੈਗੇ? ਪ੍ਰੈਜੈਂਟ 'ਚ ਆਉਣਾ। ਪਾਸਟ ਫਿਊਚਰ ਖਤਮ, ਪ੍ਰੈਜੈਂਟ 'ਚ ਆ ਗਏ ਬਸ। ਸਤਿਗੁਰ ਸੇਵ ਜਿਨੇ ਨਾਮ ਪਛਾਤਾ, ਸਫਲ ਜਨਮ ਜਗ ਆਇਆ। ਦੇਖ ਲਓ ਭਾਈ, ਸਤਿਗੁਰੂ ਦੀ ਸੇਵਾ ਕਰਕੇ, ਗੁਰੂ ਤੋਂ ਗਿਆਨ ਲੈ ਕੇ, ਧਿਆਨ ਸਿਮਰਨ ਕਰਕੇ ਨਾਮ ਨੂੰ ਜਿਨ੍ਹਾਂ ਨੇ ਪਛਾਣ ਲਿਆ, ਕਹਿੰਦੇ ਉਹ ਤਾਂ ਸਫਲ ਆ ਭਾਈ, ਉਹਦਾ ਜਨਮ ਸਫਲ ਆ ਭਾਈ। ਧੰਨਿਆ ਉਹਦੇ ਮਾਂ ਪਿਓ ਭਾਈ, ਧੰਨਿਆ ਉਹਦਾ ਜੱਗ ਦੇ ਵਿੱਚ ਆਉਣਾ, ਧੰਨਿਆ ਉਹਦੀ ਮਨੁੱਖੀ ਸਰੀਰ ਲੈਣਾ। ਸਤਿਗੁਰ ਸੇਵ ਜਿਨੇ ਨਾਮ ਪਛਾਤਾ, ਸਫਲ ਜਨਮ ਜਗ ਆਇਆ। ਫਿਰ ਤਾਂ ਅੰਮ੍ਰਿਤ ਚੱਖ ਲਿਆ ਉਹਨੇ। ਹਰ ਰਸ ਚਾਖ ਸਦਾ ਮਨ ਤ੍ਰਿਪਤਿਆ। ਇੱਕ ਬੂੰਦ ਅੰਮ੍ਰਿਤ ਦੀ ਆਈ, ਅਮਰ ਹੋ ਗਿਆ ਭਾਈ, ਤ੍ਰਿਪਤ ਹੋ ਗਿਆ। ਹਰ ਰਸ ਚਾਖ ਸਦਾ ਮਨ ਤ੍ਰਿਪਤਿਆ। ਗੁਣ ਗਾਵੇ ਗੁਣੀ ਅਗਾਇਆ। ਆਇਆ ਗੁਣ ਗਾਉਣੇ ਭਾਈ, ਆਇਆ ਉਸ ਮਾਲਕ ਪਰਮਾਤਮਾ ਦੇ ਗੁਣ ਗਾਉਣੇ। ਕਿਉਂ ਨਹੀਂ ਗਾਊਗਾ ਭਾਈ ਜਿਹਦੇ ਅੰਦਰ ਅੰਮ੍ਰਿਤ ਦੀ ਬੂੰਦ ਆ ਗਈ, ਜਿਹੜਾ ਅਮਰ ਹੋ ਗਿਆ। ਅਗਾ ਜਾਏਗਾ, ਅਗਾ ਜਾਏਗਾ। ਅਗਾਣਾ ਕਹਿੰਦੇ ਰੱਜ ਜਾਏਗਾ, ਪੂਰੀ ਤਰ੍ਹਾਂ ਤ੍ਰਿਪਤ ਹੋ ਜਾਏਗਾ ਗੁਣਾਂ ਦੇ ਉਸ ਮਾਲਕ ਪਰਮਾਤਮਾ ਦੇ ਨਾਲ। ਕਮਲ ਪ੍ਰਗਾਸ ਸਦਾ ਰੰਗੇ ਰਾਤਾ, ਅਨਹਦ ਸ਼ਬਦ ਵਜਾਇਆ। ਕਮਲ ਪ੍ਰਗਾਸ ਹੋ ਗਿਆ, ਹਿਰਦਾ ਕਮਲ ਜਿਹੜਾ ਪਹਿਲਾਂ ਉਹਦੇ ਵਿੱਚ ਸੰਸਕਾਰਾਂ ਦੇ ਪੂਰੀ ਫੀਲਡ ਸੀਗੀ। ਦੇਖ ਲਓ ਇੰਨੇ ਸੰਸਕਾਰ ਸੀਗੇ, ਇੰਨੀ ਜਿਹੜੀ ਹੈਗੀ ਭਰੀ ਪਈ ਸੀ ਹਾਰਡ ਡਰਾਈਵ ਸੰਸਕਾਰਾਂ ਦੇ ਨਾਲ। ਪੁਰਾਣੇ ਸਾਰੇ ਜਨਮਾਂ ਦੇ ਜਿਹੜੇ ਜੂਨ 'ਚ ਗਤੀ ਕੀਤੀ ਹੈ, ਸਾਰਿਆਂ ਦੇ ਸੰਸਕਾਰ ਬਣੇ ਹੋਏ ਸੀਗੇ। ਤਾਂ ਹੀ ਤਾਂ ਮਨ ਜਿਹੜਾ ਹੈਗਾ, ਐਸੇ ਮਨ ਹੈ ਹੀ ਚੀਜ਼, ਸੰਸਕਾਰ ਹੀ ਤਾਂ ਹੈਗਾ। ਇਹਦੇ ਅੰਦਰ ਕੁੱਤੇ ਦੀ ਜਿਹੜੀ ਹੈਗੀ ਲੱਭ ਹੈਗਾ, ਖਾਣ ਦਾ ਲਾਲਚ, ਕਾਮ ਵਾਂਗੂ ਗੰਦਗੀ 'ਚ ਡਿੱਗਣਾ ਇਹਨੇ। ਇਹ ਸਾਰੇ ਇਹਦੇ ਅੰਦਰ ਜਿਹੜੇ ਹੈਗੇ ਪ੍ਰਵਿਰਤੀਆਂ ਸੀਗੀਆਂ ਇਹਦੀਆਂ। ਕਮਲ ਪ੍ਰਗਾਸ ਹੋ ਗਿਆ, ਉਹ ਇਹ ਜਿਹੜਾ ਹੈਗਾ ਵਿਸ਼ੇ ਵਿਕਾਰਾਂ ਦਾ ਜਿਹੜਾ ਹੈਗਾ, ਇਹ ਪ੍ਰਵਿਰਤੀਆਂ ਜਿਹੜੀਆਂ ਜਲ ਸੀਗਾ ਇਹ ਡੁੱਲ ਗਿਆ ਭਾਈ, ਔਰ ਅੰਮ੍ਰਿਤ ਆ ਗਿਆ। ਖਾਲੀ ਕਰ ਲਿਆ ਭਾਂਡਾ ਤੇ ਅੰਮ੍ਰਿਤ ਆ ਗਿਆ, ਸਿੱਧਾ ਹੋ ਗਿਆ, ਅੰਮ੍ਰਿਤ ਪੈ ਗਿਆ। ਸਿੱਧਾ ਹੋਣਾ ਕੀ ਹੈਗਾ ਭਾਈ? ਸੁਰਤ ਜਿਹੜੀ ਅੰਦਰ ਆਤਮਾ ਵੱਲ ਨੂੰ ਚੱਲ ਪਈ। ਕਮਲ ਪ੍ਰਗਾਸ ਸਦਾ ਰੰਗੇ ਰਾਤਾ, ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਗਿਆ ਭਾਈ। ਔਰ ਅੰਦਰ ਅਨਹਦ ਸ਼ਬਦ ਆਟੋਮੈਟਿਕਲੀ ਚੱਲ ਪਏ ਬਈ, ਕੋਈ ਵਜਾਉਣ ਵਾਲਾ ਨਹੀਂ ਹੈ। ਉਹ ਸ੍ਰਿਸ਼ਟੀ ਦਾ ਸੁਣਦੇ ਸ਼ਬਦ ਆਪਣੇ ਆਪ ਚੱਲ ਪਏ। ਤਨ ਮਨ ਨਿਰਮਲ ਬਾਣੀ, ਸੱਚੇ ਸੱਚ ਸਮਾਇਆ। ਆਹ ਦੇਖ ਲਓ, ਤਨ ਵੀ ਨਿਰਮਲ ਹੋ ਗਿਆ, ਮਨ ਵੀ ਨਿਰਮਲ ਹੋ ਗਿਆ, ਉਹਦੀ ਬਾਣੀ ਵੀ ਨਿਰਮਲ ਹੋ ਗਈ। ਉਹ ਜੋ ਵੀ ਬੋਲੇਗਾ ਭਾਈ ਉਹ ਨਿਰਮਲ ਕਰੇਗਾ, ਉਹਦੀ ਬਾਣੀ ਉਹ ਜਿਹੜੀ ਹੈਗੀ ਉਹ ਨਿਰਮਲ ਕਰ ਦੇਗੀ। ਸੱਚੇ ਸੱਚੇ ਸਮਾਇਆ, ਉਹ ਸੱਚੇ ਦੇ ਵਿੱਚ ਸੱਚ ਦੇ ਦੁਆਰਾ ਸਮਾ ਗਿਆ। ਆਹੀ ਸੱਚ ਹੈਗਾ। ਰਾਮ ਨਾਮ ਕੀ ਗਤ ਕੋਏ ਨਾ ਬੂਝੇ। ਪਰ ਦੇਖੋ ਵਿਡੰਬਨਾ ਐਸੀ ਹੈਗੀ ਕਿ ਇਸ ਚੀਜ਼ ਨੂੰ ਕਿਸੇ ਨੇ ਬੁੱਝਣਾ ਨਹੀਂ ਹੈ, ਕਿਸੇ ਨੇ ਨਹੀਂ ਲੈਣਾ ਇਸ ਚੀਜ਼ ਨੂੰ। ਕਹਿੰਦੇ ਗ੍ਰਾਹਕ ਹੀ ਨਹੀਂ ਹੈਗਾ। ਇਹ ਨਾਮ ਵਖਰ ਦੇਖਣ ਕੋਈ ਜਾਏ, ਨਾ ਕੋ ਚਾਖੈ ਨਾ ਕੋ ਖਾਏ। ਨਾਮ ਵਾਲਾ ਸੌਦਾ ਗੁਰੂ ਦੀ ਹੱਟੀ ਤੇ ਪਿਆ ਆ, ਦੇਖਣ ਹੀ ਨਹੀਂ ਜਾਂਦਾ ਕੋਈ ਭਾਈ। ਦੇਖਣ ਕੋਈ ਜਾਏ, ਕੋਈ ਟਾਵਾਂ ਚਲੇ ਜਾਂਦਾ ਦੇਖਣ ਵਾਸਤੇ। ਜਿਵੇਂ ਕੋਈ ਮਾਂ ਦੇ ਨਾਲ ਬੱਚਾ ਚਲਾ ਗਿਆ, ਬੱਚਾ ਕਹਿੰਦਾ ਆ ਕੀ ਹੈ ਮਾਂ, ਚੱਲ ਚੱਲੀਏ, ਚੱਲ ਤੂੰ ਉਧਰ ਦੂਜੇ ਪਾਸੇ ਚੱਲ, ਬਸ। ਨਾਮ ਵੱਖਰ ਦੇਖਣ ਕੋਈ ਜਾਏ, ਪਹਿਲੀ ਪਾਤਸ਼ਾਹੀ ਕਹਿ ਰਹੀ ਹੈ, ਨਾ ਕੋ ਚਾਖੇ ਨਾ ਕੋ ਖਾਏ। ਰਾਮ ਨਾਮ ਕੀ ਗਤ ਕੋਏ ਨਾ ਬੁਝੈ। ਕੋਈ ਨਹੀਂ, ਇੰਨੀ ਕੀਮਤੀ ਸੌਦਾ ਕੋਈ ਨਹੀਂ ਖਰੀਦਦਾ, ਕੋਈ ਗਾਹਕ ਹੀ ਨਹੀਂ ਹੈਗਾ, ਕੋਈ ਗਾਹਕ ਨਹੀਂ ਹੈਗਾ। ਇਹ ਗੁਰੂ ਜਿਹੜੇ ਹੈਗੇ, ਬ੍ਰਹਮ ਗਿਆਨੀ ਜਿਹੜੇ ਹੈਗੇ, ਇਹ ਗ੍ਰਾਹਕ ਲੱਭਦੇ ਆ ਭਾਈ, ਗ੍ਰਾਹਕ ਬਣਾਉਂਦੇ ਆ।
राम नाम की गत कोई ना बूझे गुरमत ਹਿਰਦੇ ਸਮਾਈ। ਜਿਹਨੇ ਬੁੱਝ ਲਿਆ ਉਹਦੇ ਹਿਰਦੇ 'ਚ ਗੁਰਮਤ ਆ ਜਾਂਦੀ ਹੈ, ਇਹ ਬ੍ਰਹਮ ਗਿਆਨ ਆ ਜਾਂਦਾ, ਹਿਰਦੇ ਦੇ ਅੰਦਰ ਆ ਜਾਂਦਾ। ਭਾਈ ਆਹ ਤਾਂ ਕੰਮ ਤਾਂ ਆਹ ਕਰਨ ਵਾਲਾ ਸੀਗਾ, ਮੈਂ ਤਾਂ ਇੰਨਾ ਸਮਾਂ ਲੰਘਾ ਦਿੱਤਾ। ਫਿਰ ਤਾਂ ਉਹ ਗੁਰੂ ਦੇ ਅਨੁਸਾਰ ਚੱਲੂਗਾ, ਇਸ ਗਿਆਨ ਦੇ ਅਨੁਸਾਰ ਚੱਲੂਗਾ। ਹੋ ਗਿਆ ਗੁਰਮੁਖ। ਗੁਰਮੁਖ ਹੋਵੇ ਸੋ ਮਗ ਪਛਾਣੇ। ਪਛਾਣ ਲਿਆ ਰਸਤਾ ਭਾਈ। ਉਹ ਤਾਂ ਰਸਤਾ ਤਾਂ ਕਹਿੰਦੇ ਮੰਦਰ ਬਣਨਾ ਹੈ ਭਾਈ, ਕਿਤੇ ਤੀਰਥ 'ਤੇ ਜਾਣ ਦੀ ਲੋੜ ਨਹੀਂ। ਉੱਥੇ ਵੀ ਜਾ ਕੇ ਵੀ ਜੇ ਜਾਵਾਂਗੇ ਤਾਂ ਸਰੀਰ ਹੀ ਲੈ ਕੇ ਜਾਵਾਂਗੇ, ਇਹਦੇ ਹੀ ਅੰਦਰ ਵੜਨਾ ਪਊਗਾ ਆਪਾਂ ਨੂੰ। ਉੱਥੇ ਵੀ ਜਾ ਕੇ ਕਰ ਲਓ, ਭਾਵੇਂ ਇੱਥੇ ਕਰ ਲਓ, ਜਿੱਥੇ ਮਰਜ਼ੀ ਕਰ ਲਓ। ਇਹ ਭਗਤੀ ਜਿੱਥੇ ਮਰਜ਼ੀ ਕਰ ਲਓ ਭਾਈ। ਗੁਰਮੁਖ ਹੋਵੇ ਸੋ ਮਗ ਪਛਾਣੇ, ਹਰ ਰਸ ਰਸਨ ਰਸਾਈ। ਆ ਗਿਆ ਅੰਮ੍ਰਿਤ, ਅੰਮ੍ਰਿਤ ਦੇ ਨਾਲ ਕਹਿੰਦੇ ਰਸਿਆ ਜਾਊਗਾ ਉਹਦਾ, ਉਹਦੀ ਸੁਰਤ ਅੰਮ੍ਰਿਤ ਦੇ ਨਾਲ। ਇਹ ਬਾਹਰਲੀ ਜੀਵ ਨਹੀਂ ਹੈ, ਸੁਰਤ ਦਾ ਹੈ, ਸੁਰਤ ਹੈ ਜੀਵ। ਅੰਦਰ ਜਿਹੜੀ ਰਸਨਾ, ਜਿਹੜਾ ਮਨ ਜਿਹੜਾ ਮਨ, ਇਹ ਜੀਵ ਨੂੰ ਥੋੜ੍ਹੀ ਨਾ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਜੀਵ ਸਵਾਦ ਜਿਹੜੇ ਮਾਣਦੀ ਹੈ। ਉਹ ਤਾਂ ਉਹਦੀ ਗਲੈਂਡ ਜਿਹੜੀ ਹੈਗੀ ਉਹਨੂੰ, ਉਹਦੇ 'ਚ ਕੋਈ ਪ੍ਰੋਬਲਮ ਆ ਜਾਂਦੀ ਕਿਸੇ ਨੂੰ, ਉਹਨਾਂ ਨੂੰ ਸਵਾਦ ਦਾ ਹੀ ਨਹੀਂ ਪਤਾ ਲੱਗਦਾ। ਅੰਦਰ ਪਤੰਦਰ ਦਾ ਅੰਦਰ ਹੈਗਾ ਭਾਈ, ਅੰਦਰ ਹੈਗਾ ਉਹ ਮਨ ਜਿਹੜਾ ਹੈਗਾ ਪਤੰਦਰ, ਆਤਮਾ ਦੇ ਉੱਤੇ ਮੈਲ, ਉਹ ਹੈਗਾ ਚਖਣ ਵਾਲਾ। ਉਹਨੂੰ ਸਾਰਾ ਜਿਹੜਾ ਹੈਗਾ ਉਹਨੂੰ ਚਾਹੀਦੇ ਆ, ਉਹ ਉੱਥੇ ਫਿਰ ਜਿਹੜਾ ਹੈਗਾ ਸੈਟਿਸਫਾਈ ਹੁੰਦਾ। ਗੁਰਮੁਖ ਹੋਵੇ ਸੋ ਮਗ ਪਛਾਣੇ, ਹਰ ਰਸ ਦੇ ਨਾਲ ਰਸਨ ਰਸਾਈ। ਰਸਨਾ ਪੂਰੀ ਰਸ ਦੇ ਨਾਲ ਭਰਪੂਰ ਹੋ ਜਾਂਦੀ ਹੈ। ਜਪ ਤਪ ਸੰਜਮ ਸਭ ਗੁਰ ਤੇ ਹੋਵੇ। ਆ ਲਓ ਕਹਿੰਦੇ ਜਪ ਤਪ ਸੰਜਮ ਜੋ ਕੁਛ ਵੀ ਹੈਗਾ ਭਾਈ, ਇਹ ਗੁਰੂ ਤੋਂ ਹੀ ਹੋਣਾ ਹੈ, ਔਰ ਇਸੇ ਦੇ ਨਾਲ ਹੋਣਾ ਹੈ। ਇਸੇ ਦੇ ਨਾਲ ਜਿਹੜਾ ਹੈਗਾ ਕੰਟਰੋਲ ਆਫ ਸੈਂਸਿਸ ਹੋਣੀ ਹੈ। ਨਹੀਂ ਤਾਂ ਜੇ ਆਪਾਂ ਡਾਇਰੈਕਟ ਜਾ ਕੇ ਕਾਮ ਦੇ ਨਾਲ, ਕ੍ਰੋਧ ਦੇ ਨਾਲ, ਲੋਭ ਦੇ ਨਾਲ, ਮੋਹ ਦੇ ਨਾਲ ਲੜਾਈ ਕਰਾਂਗੇ, ਨਹੀਂ ਜਿੱਤ ਸਕਦੇ, ਜਿੱਤ ਹੀ ਨਹੀਂ ਸਕਦੇ। ਬਸ ਬਾਣੀ ਕਹਿੰਦੀ, ਗੁਰੂ ਕਹਿੰਦਾ ਵੀ ਤੂੰ ਆਪਣੇ ਮਨ ਨੂੰ ਫੜ, ਮਨ ਨੂੰ ਫੜ ਬਸ। ਜਪ ਤਪ ਸੰਜਮ। ਸੰਜਮ ਮਤਲਬ ਕੀ ਹੁੰਦਾ? ਸੰਜਮ ਮਤਲਬ ਕੰਟਰੋਲ ਆਫ ਸੈਂਸਿਸ। ਸੰਜਮ ਕਰੋ। ਹੁਣ ਜਿਹੜਾ ਹੈਗਾ ਇੰਨਾ ਖਾਣਾ ਖੂਣਾ ਪਿਆ, ਸਵਾਦ ਲੈ, ਪੇਟ ਪੂਰਾ ਭਰਿਆ ਪਿਆ ਹੈ, ਫਿਰ ਮਨ ਕਹਿੰਦਾ ਯਾਰ ਖਾਣਾ ਹੈ, ਉੱਥੇ ਸੰਜਮ ਹੈ ਨਹੀਂ। ਠੀਕ ਹੈ ਜੀ, ਓਕੇ ਜੀ। ਜਪ ਤਪ ਸੰਜਮ ਸਭ ਗੁਰ ਤੇ ਹੋਵੇ, ਹਿਰਦੇ ਨਾਮ ਵਸਾਈ। ਹਿਰਦੇ 'ਚ ਨਾਮ ਵਸ ਜਾਂਦਾ ਹੈ। ਇਸ ਤਰ੍ਹਾਂ ਹਿਰਦੇ 'ਚ ਨਾਮ ਵਸ ਗਿਆ ਭਾਈ, ਟਾਰਗੇਟ ਉੱਚਾ ਹੋ ਗਿਆ। ਨਾਨਕ ਨਾਮ ਸੰਭਾਲੇ ਸੇ ਜਨ ਸੋਹੈ, ਸੇ ਜਨ ਸੋਹਨ ਦਰ ਸਾਚੇ ਪਥ ਪਾਏ। ਜਿਨ੍ਹਾਂ ਨੇ ਨਾਮ ਨੂੰ ਸੰਭਾਲ ਲਿਆ, ਜਿਨ੍ਹਾਂ ਨੇ ਸਵਾਸ ਆਪਣੇ ਜਿਹੜੇ ਹੈਗੇ ਧਿਆਨ ਸਿਮਰਨ ਦੇ ਵਿੱਚ ਲਗਾਉਣੇ ਸ਼ੁਰੂ ਕਰਤੇ, ਉੱਥੇ ਤਾਂ ਭਾਈ ਸਮਾਂ ਬੰਦ ਹੋ ਜਾਂਦਾ ਹੈ। ਜਿੱਥੇ ਵਿਚਾਰ ਬੰਦ ਹੋਏ, ਜਦ ਤੱਕ ਵਿਚਾਰ ਹੈਗੇ ਸਮਾਂ ਤਦ ਤੱਕ ਹੈਗਾ। ਜਿੱਥੇ ਵਿਚਾਰ ਬੰਦ ਹੋ ਗਏ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਘੰਟਾ 2 ਘੰਟੇ ਕਿਵੇਂ ਗੁਜ਼ਰ ਗਏ। ਆਪਾਂ ਨੂੰ ਲੱਗਣਾ ਕਿ 2 ਮਿੰਟ ਹੋਏ ਜਾਂ 5 ਮਿੰਟ ਹੋਏ ਬਸ। ਨਾਨਕ ਨਾਮ ਸੰਭਾਲੇ ਸੇ ਜਨ ਸੋਹਨ ਦਰ ਸਾਚੈ ਪਥ ਪਾਈ। ਉਹਨਾਂ ਦੀ ਦੇਖ ਲਓ, ਫਿਰ ਸੋਭਦੇ ਵੀ ਹੈ ਇੱਥੇ ਵੀ, ਤੇ ਸੱਚੇ ਦਰ 'ਤੇ ਵੀ ਉਹਨਾਂ ਦੀ ਇੱਜ਼ਤ ਹੁੰਦੀ ਹੈ। ਲੋਕ ਪਰਲੋਕ ਸਵਾਰਿਆ ਗਿਆ। ਦੇਖ ਲਓ ਇੱਕ ਸਟ੍ਰੋਕ ਜਿਹੜੇ ਹੈਗੇ, ਔਰ ਦੇਖ ਲਓ ਦੋ ਜਿਹੜੇ ਕਹਿੰਦੇ ਇੱਕ ਪੱਥਰ ਸੇ 2 ਸ਼ਿਕਾਰ, ਲੋਕ ਔਰ ਪਰਲੋਕ ਦੋਨੋਂ ਜਿਹੜੇ ਹੈਗੇ ਸਵਾਰੇ ਗਏ। ਸੋਠ ਮਹਲਾ ਤੀਜਾ ਦੁੱਤ ਕੇ। ਇਹਦੇ ਵਿੱਚ 2 ਤੁਕਾਂ ਹੈਗੀਆਂ, 2 ਲਾਈਨਾਂ। ਜਿੱਥੇ 2 ਡੰਡੀਆਂ ਹੁੰਦੀ 1 ਲਾਈਨ ਹੋ ਜਾਂਦੀ ਹੈ, ਫਿਰ 2 ਲਾਈਨਾਂ, ਇੱਕ ਬੰਚ। ਸਤਿਗੁਰ ਮਿਲੈ ਮਿਲੀਏ ਨਹੀਂ ਹੈ, ਮਿਲੈ। ਮਿਲੀਏ ਦਾ ਮਤਲਬ ਹੈ ਵੀ ਆਪਾਂ ਸਤਿਗੁਰੂ ਨੂੰ ਮਿਲੋ, ਸਤਿਗੁਰੂ ਨੂੰ ਮਿਲਣਾ ਚਾਹੀਦਾ, ਇਹ ਕਹਿ ਰਹੇ ਨੇ। ਇਹ ਮਿਲੈ ਦਾ ਮਤਲਬ ਹੈ ਸਤਿਗੁਰੂ ਨੂੰ ਮਿਲ ਕੇ, ਮਿਲਣ ਤੋਂ ਬਾਅਦ ਦੀ ਗੱਲ ਹੋ ਰਹੀ ਹੈ। ਸਤਿਗੁਰੂ ਨੂੰ ਮਿਲਾਂਗੇ ਤਾਂ ਉਲਟੀ ਪਈ, ਫਿਰ ਉਲਟੇਗਾ ਭਾਈ। ਸਤਿਗੁਰੂ ਨੂੰ ਜੇ ਆਪਾਂ ਤਾਂ ਸਤਿਗੁਰੂ ਨੂੰ ਮਿਲੇ ਹੀ ਨਹੀਂ ਹੈਗੇ। ਸਤਿਗੁਰੂ ਨੂੰ ਮਿਲਣਾ ਹੈਗਾ ਬਈ ਸਤਿਗੁਰੂ ਦੀ ਜਿਹੜੀ ਹੈ ਮੱਤ ਆਪਣੇ ਅੰਦਰ ਆ ਗਈ। ਸਤਿਗੁਰੂ ਜੋ ਕਹਿ ਰਹੇ ਆ, ਉਹ ਤਾਂ ਕਹਿ ਰਹੇ ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਉਹ ਤਾਂ ਕਹਿੰਦੇ ਤੀਰਥ ਨਾਵਾਂ ਜੇ ਤਿਸ ਪਾਵਾਂ ਬਿਨ ਭਾਣੇ ਕੇ ਨਹਾਏ ਕਰੀ, ਜੇ ਤਿਸ ਸਿਰ ਟੁਪਾਈ ਵੇਖਾਂ ਬਿਨ ਕਰਮਾਂ
ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਗੁਰ ਕੀ ਸਿੱਖ ਸੁਣੀ, ਗੁਰਾਂ ਇੱਕ ਦੇ ਬੁਝਾਈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਆਇਆ ਭਾਈ, ਇੱਕੋ ਹੀ ਗੱਲ ਕਹਿ ਰਹੀ ਬਾਣੀ। ਸਤਿਗੁਰੂ ਇੱਕੋ ਹੀ ਗੱਲ ਕਹਿ ਰਹੇ, ਇੱਕੋ ਹੀ ਕੰਮ ਕਰਨ ਨੂੰ ਕਹਿ ਰਹੇ। ਬਸ ਉਹ ਹੈਗਾ ਭਾਈ, ਉਹ ਕੰਮ ਵੀ ਨਹੀਂ ਕਰਨ ਨੂੰ ਕਹਿ ਰਹੇ। ਕਹਿੰਦੇ ਭਾਈ ਸਟਾਪ ਕਰ ਆਪਣਾ ਜਿਹੜਾ ਹੈਗਾ ਇਹ ਜਿਹੜੀ ਤੇਰਾ ਦਿਮਾਗ, ਤੇਰੀ ਜਿਹੜੀ ਇੱਧਰ ਉੱਧਰ ਤੇਰੀ ਸੁਰਤ ਜਿਹੜੀ ਜਾ ਰਹੀ ਹੈ, ਇਹਨੂੰ ਸਟਾਪ ਕਰ, ਇਹਨੂੰ ਬੰਦ ਕਰ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰੂ ਤੁਮਰੇ ਘਾਸ ਵਾਰੇ। ਕਹਿੰਦੇ ਥਿਰ ਕਰਕੇ ਬੈਠ, ਅੰਦਰ ਵੜ ਕੇ ਦੇਖ, ਤੂੰ ਇਹਨੂੰ ਬੰਦ ਕਰਕੇ ਤਾਂ ਦੇਖ ਕੀ ਹੁੰਦਾ। ਤੂੰ ਪ੍ਰੈਕਟੀਕਲ ਤਾਂ ਕਰ। ਸਤਿਗੁਰ ਮਿਲੈ ਉਲਟੀ ਪਈ, ਭਾਈ ਜੀਵਤ ਮਰੈ ਤਾਂ ਬੂਝ ਪਾਏ। ਇਸ ਤਰੀਕੇ ਦੇ ਨਾਲ ਜਿਉਂਦੇ ਜੀ ਮਰਨਾ ਕੀ ਹੈਗਾ, ਇਹ ਸਵਾਦ ਜਿਹੜੇ ਰਸਕਸ ਜੋ ਪਾਲਕ ਨੇ ਚੋਗਾ ਪਾਇਆ, ਇਹਦੇ ਵਿੱਚ ਨਹੀਂ ਫਸਣਾ, ਇਹਨੂੰ ਟਾਰਗੇਟ ਨਹੀਂ ਸਮਝਣਾ। ਮਹਾਰਾਜ ਇਹ ਨਹੀਂ ਕਹਿ ਰਹੇ ਕਿ ਬਈ ਤੂੰ ਜਿਹੜਾ ਹੈਗਾ ਇਹ ਜਿਹੜੇ ਹੈਗੇ ਦੁਨੀਆ ਦੇ ਪਦਾਰਥ ਜਿਹੜੇ ਹੈਗੇ ਇਹਨਾਂ ਨੂੰ ਜਿਹੜਾ ਹੈਗਾ ਯੂਜ਼ ਹੀ ਨਹੀਂ ਕਰਨਾ। ਭਾਈ ਨੀਡ ਦੇ ਅਨੁਸਾਰ ਯੂਜ਼ ਕਰਨਾ ਹੈ, ਗਰੀਡ ਨਹੀਂ ਬਣਾਉਣੀ। ਇਹੀ ਤੇਰੇ ਜੀਵਨ ਦਾ ਮਕਸਦ ਨਹੀਂ ਹੈਗਾ ਵੀ ਖਾ ਲਿਆ ਪੀ ਲਿਆ ਤੇ ਹੰਡਾ ਲਿਆ ਬਸ। ਇਹ ਤਾਂ ਜਾਨਵਰ ਕਰਦੇ ਆ, ਖਾ ਲਿਆ ਪੀ ਲਿਆ, ਕੰਮ ਕਰ ਲਿਆ, ਬੱਚੇ ਪੈਦਾ ਹੋ ਗਏ, ਬਸ ਇੰਨਾ ਕੀ ਹੁੰਦਾ, ਸੌਂ ਗਏ ਬਸ। ਇਸ ਤੋਂ ਉੱਪਰ ਤਾਂ ਹੈ ਨਹੀਂ। ਫਿਰ ਆਪਣੇ ਚਿੱਤਾ ਜਾਨਵਰ ਦੇ ਵਿੱਚ ਫਰਕ ਕੀ ਹੈਗਾ। ਸਤਿਗੁਰ ਮਿਲ ਹੈ ਉਲਟੀ ਪਈ, ਭਾਈ ਜੀਵਤ ਮਰੇ ਤਾਂ ਬੂਝ ਪਾਏ। ਜੀਵਤ ਮਰੇ ਦਾ ਮਤਲਬ ਆ ਬਈ ਹੁਣ ਦੇਖੋ ਇਹ ਸਾਰਾ ਕੁਛ ਹੈ, ਸਵਾਦ ਸਾਰੇ ਕੁਛ ਹੈ, ਆਪਾਂ ਨਹੀਂ ਉਹਨਾਂ ਨੂੰ ਯੂਜ਼ ਕਰ ਰਹੇ। ਇਹਨੂੰ ਕਹਿੰਦੇ ਜੀਵਤ ਮਰਨਾ। ਦੁਨੀਆ ਦੇ ਪਦਾਰਥ ਹੈਗੇ ਜਿੰਨੀ ਕੁ ਨੀਡ ਹੈ ਲਈ ਆ, ਬਾਕੀ ਜਿਹੜਾ ਹੈਗਾ ਨਹੀਂ। ਆਪਣਾ ਮੇਨ ਜਿਹੜਾ ਮਕਸਦ ਆਪਾਂ ਜਿਹੜੇ ਹੈਗੇ ਪਰਮਾਤਮਾ ਵੱਲ ਨੂੰ, ਆਪਣੀ ਆਤਮਾ ਵੱਲ ਨੂੰ, ਇਹਨੂੰ ਬੁੱਝਣ ਵਾਸਤੇ ਆਏ ਦੁਨੀਆ 'ਚ। ਇਸ ਕੰਮ ਦੇ ਵਾਸਤੇ ਜਿਹੜਾ ਹੈਗਾ ਇਹਦੇ ਕੰਮ ਦੇ ਕੰਪੇਟ ਲੱਗਿਆ ਹੋਇਆ ਹੈ ਸਾਰਾ ਜਿਹੜਾ ਹੈਗਾ। ਇਸ ਕੰਮ ਦੇ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਸਹਾਇਕ, ਇਹ ਜਿਹੜੀਆਂ ਚੀਜ਼ਾਂ ਸਹਾਇਕ ਹੋਣੀਆਂ ਚਾਹੀਦੀਆਂ। ਇਸ ਜਰਨੀ ਦੇ ਵਾਸਤੇ ਜਿਹੜੀਆਂ ਹੈਗੀਆਂ ਇਹ ਸਾਰਾ ਜਿਹੜਾ ਹੈਗਾ ਦੁਨੀਆ ਦੇ ਵਿੱਚ ਜਿਹੜੇ ਪਦਾਰਥ ਹੈਗੇ, ਇਸ ਜਰਨੀ ਦੇ ਵਿੱਚ ਆਪਣੀ ਬਾਡੀ ਵੀ ਅਤੇ ਜੋ ਕੁਛ ਵੀ ਹੈਗਾ ਇਸ ਜਰਨੀ ਦੇ ਵਿੱਚ ਸਹਾਇਕ ਹੋਣਾ ਚਾਹੀਦਾ। ਓਨਾ ਕੁ ਜਾਇਜ਼ ਹੈ, ਓਨਾ ਕੁ ਲੈਣਾ ਆਪਾਂ ਨੂੰ ਅਲਾਉਡ ਹੈਗਾ। ਜੇ ਜਰਨੀ ਹੀ ਰੁਕ ਜਾਏ ਉਹਦੇ ਨਾਲ, ਫਿਰ ਜਰਨੀ ਹੋਏ ਹੀ ਨਾ, ਅਤੇ ਫਿਰ ਤਾਂ ਕੋਈ ਮਕਸਦ ਹੀ ਨਹੀਂ ਰਹਿ ਜਾਂਦਾ। ਸਤਿਗੁਰ ਮਿਲਿਆ ਉਲਟੀ ਪਈ, ਭਾਈ ਜੀਵਤ ਮਰੈ ਤਾਂ ਬੂਝ ਪਾਏ। ਤਾਂ ਕਹਿੰਦੇ ਆ ਭਾਈ ਰਸਤਾ ਬੁੱਝਦਾ ਹੈ ਇਨਸਾਨ, ਤਾਂ ਪਤਾ ਲੱਗਦਾ ਹੈ। ਜੇ ਗੁਰੂ ਨੂੰ ਮਿਲੇ, ਜੇ ਬ੍ਰਹਮ ਗਿਆਨ ਜਿਹੜਾ ਹੈਗਾ ਵਿਚਾਰੇ ਬ੍ਰਹਮ ਗਿਆਨ, ਪਤਾ ਲੱਗੇ ਵੀ ਮੈਂ ਕਰਨਾ ਕੀ ਆ, ਮੈਂ ਹੈ ਕੌਣ। ਮੈਂ ਤਾਂ ਸਰੀਰ ਹੈ ਨਹੀਂ, ਸਰੀਰ ਤਾਂ ਹੈ ਨਹੀਂ। ਸਤਿਗੁਰ ਮਿਲਿਆ ਉਲਟੀ ਪਈ, ਭਾਈ ਪਤਾ ਹੋਏ ਕਿ ਵੀ ਮੇਰਾ ਤਾਂ ਲੇਖਾ ਦੇਣਾ ਹੈ ਭਾਈ। ਨਾਨਕ ਆਖੇ ਰੇ ਮਨਾ, ਸੁਣੀਏ ਸਿੱਖ ਸਹੀ। ਮਨ ਨੂੰ ਕਹਿ ਰਹੇ ਆ ਗੁਰੂ ਨਾਨਕ ਦੇਵ ਜੀ, ਨਾਨਕ ਆਖੇ ਰੇ ਮਨਾ, ਹੇ ਮੇਰੇ ਮਨਾ ਸੁਣ, ਸਿੱਖ ਸੱਚੀ ਸਿੱਖਿਆ ਸੁਣ ਲਾ। ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਬਹੀ। ਉੱਥੇ ਦੇਖ ਲਾ ਪਿਆਰਿਆ, ਮਾਲਕ ਦਾ ਕਾਨੂੰਨ ਹੈ। ਧਰਮਰਾਜ ਨੇ ਉਸੇ ਵੇਲੇ ਪੁੱਛਣਾ ਉੱਥੇ ਲੇਖਾ, ਫੜ ਕੇ ਲੈ ਕੇ ਜਾਣਾ ਅਗਲਿਆਂ ਨੇ ਤੈਨੂੰ ਜਿਹੜਾ ਹੈਗਾ, ਨੋੜ ਕੇ ਲੈ ਕੇ ਜਾਣਾ ਲੇਖੇ ਦੇ ਵਾਸਤੇ। ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਬਹੀ। ਉੱਥੇ ਕੀ ਜਵਾਬ ਦੇਣਾ ਆ, ਸੋਚ ਲਾ, ਕਰ ਲਾ ਭਾਈ। ਉੱਥੇ ਉਹਨਾਂ ਨੇ ਕਹਿਣਾ, ਤੂੰ ਕਹਿਣਾ ਵੀ ਮੈਂ ਤਾਂ ਭੁੱਲ ਗਿਆ ਜੀ, ਮੈਂ ਤਾਂ ਭੁੱਲ ਗਿਆ, ਮੈਨੂੰ ਫਿਰ ਮਨੁੱਖ ਚੂਨ ਦੇ ਦਿਓ। ਦਿੰਦੇ ਅਗਲੇ। ਸਤਿਗੁਰ ਮਿਲੈ ਉਲਟੀ ਪਈ, ਭਾਈ ਜੀਵਤ ਮਰੈ ਤਾਂ ਬੂਝ ਪਾਏ। ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਏ। ਲਓ ਭਾਈ, ਗੁਰੂ ਦਾ ਵੀ ਟੈਸਟ ਹੋ ਗਿਆ, ਸਿੱਖ ਦਾ ਵੀ ਟੈਸਟ ਹੋ ਗਿਆ। ਕਹਿੰਦੇ ਜੇ ਜਿਹੜਾ ਟੀਚਰ ਔਰ ਜਿਹੜਾ ਸਟੂਡੈਂਟ ਦੋਨੋਂ, ਉਹ ਟੀਚਰ ਹੈਗਾ ਅਤੇ ਉਹ ਸਟੂਡੈਂਟ ਹੈਗਾ, ਜਿਹਨੂੰ ਕਹਿੰਦੇ ਕਿ ਪਰਮਾਤਮਾ ਦੇ ਨਾਲ ਮਿਲਾ ਦੇ, ਉਹਦੀ ਜੋਤ ਦੇ ਨਾਲ ਮਿਲਾ ਦੇ, ਤਾਂ ਗੁਰੂ ਹੈਗਾ ਭਾਈ। ਉਹ ਸਹੀ ਸੱਚਾ ਗੁਰੂ ਹੈਗਾ, ਔਰ ਉਹ ਸੱਚਾ ਸਟੂਡੈਂਟ ਵੀ ਹੈਗਾ ਜਿਹਨੇ ਗੁਰੂ ਦੀ ਗੱਲ ਮੰਨ ਲਈ, ਗੁਰੂ ਤੋਂ ਸਿੱਖਿਆ ਲਈ, ਔਰ ਸਿੱਖਿਆ ਲੈ ਕੇ ਉਹ ਪਰਮਾਤਮਾ ਦੇ ਨਾਲ ਜੋਤ ਦੇ ਵਿੱਚ ਜੋਤ ਰਲ ਗਈ। ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਏ। ਜਿਹੜੇ ਸਿੱਖ ਨੂੰ ਜੋਤ ਦੇ ਵਿੱਚ ਜੋਤ ਮਿਲ ਗਈ ਤਾਂ ਭਾਈ ਉਹ ਤਾਂ ਆਇਆ ਭਾਈ ਉਸਤਾਦ,
ਦੁਨੀਆ ਜਿਹੜੀ ਹੈਗੀ ਮੰਨਦੀ ਹੈ ਫਿਰ ਵੀ ਕਿਸੇ ਉਸਤਾਦ ਦਾ ਚੰਡਿਆ ਹੋਇਆ ਹੈ ਭਾਈ। ਸੋ ਗੁਰੂ ਸੋ ਸਿੱਖਿਆ ਹੈ ਭਾਈ, ਜਿਸ ਜੋਤੀ ਜੋਤ ਮਿਲਾਏ। ਇਹ ਸਤਿਗੁਰੂ ਦੇ ਉੱਤੇ ਦੇਖ ਲਓ ਗਿਆਨ ਆ ਰਿਹਾ ਹੈ। ਪਹਿਲਾ ਸ਼ਬਦ ਵੀ ਸਤਿਗੁਰੂ ਤੇ ਸੀ, ਹੁਣ ਵੀ ਸਤਿਗੁਰੂ ਦੇ ਉੱਤੇ ਹੈ। ਸਤਿਗੁਰ ਮਿਲਾ ਉਲਟੀ ਪਈ ਪਾਈ, ਜੀਵਤ ਮਰੈ ਤਾਂ ਬੂਝ ਪਾਏ। ਸੋ ਸਿੱਖ ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਏ। ਮਨ ਰੇ ਹਰ ਹਰ ਸੇਤੀ ਲਿਵ ਲਾਏ। ਇਹ ਮੇਰੇ ਮਨਾ, ਉਹ ਮਾਲਕ ਪਰਮਾਤਮਾ ਦੇ ਨਾਲ ਲਿਵ ਲਗਾ ਲਾ, ਲਿਵ ਲਗਾ ਲਾ ਪਤੰਦਰਾ, ਲਿਵ ਲਗਾ ਲਾ। ਸਮਾਂ ਬਹੁਤ ਥੋੜਾ ਰਹਿ ਗਿਆ ਹੈਗਾ, ਨਹਾੜੀ ਕਰ। ਮਹਾਰਾਜ ਕਹਿੰਦੇ ਆ, ਹਿੰਚੇ ਤਾਂ ਪ੍ਰੇਮ ਕੇ ਚਾਬੁਕ ਮਾਰੋ, ਚੱਲ ਰੇ ਬੈਕੁੰਠ ਤੁਝੇ ਲੈ ਤਾਰੋ, ਹਿੰਚੇ ਤਾਂ ਪ੍ਰੇਮ ਕੇ ਚਾਬੁਕ ਮਾਰੋ। ਇਹ ਪ੍ਰੇਮ ਦੇ ਚਾਬੁਕ ਕਿਹੜੇ ਹੋਏ ਜੀ? ਪ੍ਰੇਮ ਦੇ ਚਾਬੁਕ ਹੋਏ ਪਰਮਾਤਮਾ ਦੇ ਨਾਲ ਪਿਆਰ ਪਾ ਦੇਣਾ ਹੈ ਗੁਰੂ ਨੇ। ਪਰਮਾਤਮਾ ਦੇ ਨਾਲ ਪਿਆਰ, ਜਿਹਨੂੰ ਪਰਮਾਤਮਾ ਦੇ ਨਾਲ ਪਿਆਰ ਹੋਏਗਾ ਤੇ ਮਨ ਨੂੰ ਅੜਨ ਦਿੰਦਾ ਹੈ ਉਹ। ਪਰਮਾਤਮਾ ਦੇ ਪਿਆਰ ਦੇ ਚਾਬੁਕ ਮਾਰਨੇ ਵੀ ਮੈਂ ਤਾਂ ਮਾਲਕ ਨੂੰ ਮਿਲਣਾ ਹੈ, ਮੈਂ ਤਾਂ ਆਪਣੀ ਆਤਮਾ ਨੂੰ ਦੇਖਣਾ ਹੈ। ਮਨ ਰੇ ਹਰ ਹਰ ਸੇਤੀ ਲਿਵ ਲਾਏ। ਮਨ ਹਰ ਜਪ ਮੀਠਾ ਲਾਗੈ ਪਾਈ, ਗੁਰਮੁਖੇ ਪਾਏ ਹਰ ਥਾਂ। ਇਹ ਮੇਰੇ ਮਨਾ, ਜਪੇਗਾ ਤੇ ਮਿੱਠਾ ਲੱਗਣ ਲੱਗ ਜਾਣਾ ਹੈ। ਇਹ ਮੇਰੇ ਭਰਾਵਾ, ਮਨ ਹਰ ਜਪ ਮਿੱਠਾ ਲਾਗੇ ਭਾਈ, ਭਾਈ ਕਹਿ ਰਹੇ ਮਨ ਨੂੰ। ਮਨ ਹਰ ਜਪ ਮਿੱਠਾ ਲਾਗੇ ਭਾਈ, ਗੁਰਮੁਖੇ ਪਾਏ ਹਰ ਥਾਂ। ਗੁਰੂ ਦੇ ਰਾਹੀਂ ਮਾਲਕ ਪਰਮਾਤਮਾ ਨੂੰ ਵੀ ਲੱਭ ਲਏਗਾ ਭਾਈ, ਤੇਰੇ ਅੰਦਰ ਹੀ ਪ੍ਰਗਟ ਹੋ ਜਾਏਗਾ, ਉਹ ਥਾਂ ਲੱਭ ਜੂਗੀ ਤੈਨੂੰ। ਰਹਾ ਬਿਨ ਗੁਰ ਪ੍ਰੀਤ ਨਾ ਉਪਜੈ ਭਾਈ। ਔਰ ਇਹ ਸਾਰੀ ਚੀਜ਼ ਜਿਹੜੀ ਹੈ, ਜਿਹੜਾ ਵੀ ਕਹਿੰਦੇ ਗੁਰਮੁਖੇ ਪਾਏ ਹਰ ਥਾਂ, ਮਾਲਕ ਪਰਮਾਤਮਾ ਨੇ ਮਿਹਰ ਕਰਕੇ ਜਿਹੜਾ ਹੈਗਾ ਆਪਾਂ ਨੂੰ ਉਹ ਸਥਾਨ ਮਾਲਕ ਨੇ ਆਪ ਹੀ ਪ੍ਰਗਟ ਹੋ ਜਾਣਾ ਹੈ। ਰਹਾਓ ਬਿਨ ਗੁਰ ਪ੍ਰੀਤ ਨਾ ਉਪਜੈ ਪਾਏ, ਮਨ ਮੁਖੇ ਦੂਜੈ ਪਾਏ। ਦੇਖ ਲਓ, ਪ੍ਰੀਤ ਨੇ ਪੈਦਾ ਹੋਣਾ ਹੈ, ਪ੍ਰੀਤ ਨੇ ਪੈਦਾ ਹੋਣਾ ਹੈ, ਔਰ ਗੁਰੂ ਤੋਂ ਬਗੈਰ ਪ੍ਰੀਤ ਪੈਦਾ ਨਹੀਂ ਹੋਣੀ। ਔਰ ਆਪਾਂ ਗੁਰੂ ਨੂੰ ਸਮਾਂ ਨਹੀਂ ਦਿੰਦੇ। ਆਪਾਂ ਤਾਂ ਜਿਹੜੇ ਹੈਗੇ ਬਸ ਉਹ ਇੱਕ ਓਂਕਾਰ ਸਤਿਨਾਮ ਕਰਤਾ ਪੁਰਨਿਰਮਲ ਕਾਲ ਮੁਰਦਾ ਗੁਰੂ ਪ੍ਰਸਾਦ ਜਪਾਸ ਜੁਗਾਸ ਐਪੀ ਨਾਨਕ ਉਸੀ ਪਿਸਾ ਸੋਚੋ ਸੋਚਣਾ ਵੀ ਜੇ ਬਸ ਆਪਾਂ ਇਸ ਤਰ੍ਹਾਂ ਚੱਲਦੇ ਹਾਂ ਭਾਈ। ਇਹ ਕਿਹੜੇ ਪਾਸਿਓਂ ਪ੍ਰੀਤ ਪੈਦਾ ਹੋ ਜਾਏਗੀ? ਦੇਖ ਲਓ, ਮੰਤਰ ਜਿਹੜੇ ਹੈਗੇ ਆਪਾਂ ਹਿੰਦੂ ਵੀਰ ਵੀ ਮੰਤਰ ਇਸ ਤਰ੍ਹਾਂ ਹੀ ਪੜ੍ਹਦੇ, ਸਾਰੇ ਆਹੀ ਭਗਤੀ ਹੋ ਰਹੀ ਹੈ ਭਾਈ। ਜਿੱਥੇ ਮਰਜ਼ੀ ਦੇਖ ਲਓ, ਨਾਲੇ ਉਹ ਧੂਪ ਬੱਤੀਆਂ ਕਰੀ ਜਾਂਦੇ, ਨਾਲੇ ਜਿਹੜੇ ਹੈਗੇ ਮੰਤਰ ਪੜ੍ਹੀ ਜਾਂਦੇ। ਇਹ ਪ੍ਰੀਤ ਪੈਦਾ ਹੋ ਜਾਏਗੀ ਭਾਈ, ਪਰਮਾਤਮਾ ਦੇ ਨਾਲ ਪ੍ਰੀਤ ਪੈਦਾ ਹੋ ਜਾਏਗੀ। ਇਹਦੇ ਨਾਲ ਕਿ ਆਪਾਂ ਜਿਹੜੇ ਹੈ ਮਾਲਕ ਨੂੰ ਜਿਹੜਾ ਹੈਗਾ ਆਪਾਂ ਬੇਵਕੂਫ ਬਣਾ ਰਹੇ ਕਿ ਆਪਣੇ ਆਪ ਨੂੰ ਬਣਾ ਰਹੇ। ਬਿਨ ਗੁਰ ਪ੍ਰੀਤ ਨਾ ਉਪਜੈ ਪਾਈ, ਮਨ ਮੁਖੇ ਦੂਜੇ ਪਾਏ। ਬਸ ਮਨ ਦੇ ਪਿੱਛੇ ਦੂਜੇ ਭਾਵਨਾ ਹੋ ਰਿਹਾ, ਅੰਦਰ ਹੋ ਰਿਹਾ। ਸਮਾਂ ਹੀ ਹੈ ਨੀਗਾ, ਸਮਾਂ ਤਾਂ ਉੱਧਰ ਜਾਂਦਾ, ਦੂਜੇ ਪਾਸੇ ਧਿਆਨ ਦੂਜੇ ਪਾਸੇ। ਇਹ ਤਾਂ ਖਾਲੀ ਜਿਹੜੇ ਆਟੋ ਪਾਇਲਟ 'ਤੇ ਆ, ਸਾਰੇ ਮੰਤਰ ਜਿਹੜੇ ਹੈਗੇ ਆਪਣੇ ਆਪ ਹੋ ਜਾਂਦੇ ਆ। ਪੂਰਾ ਜਪਜੀ ਸਾਹਿਬ ਖਤਮ ਹੋ ਜਾਂਦਾ, ਬਾਅਦ 'ਚ ਬੰਦਾ ਸੋਚਦਾ ਮੈਂ ਆਹ ਕਰ ਲਿਆ ਸੀਗਾ, ਆਹ ਤਾਂ ਹੋਇਆ ਹੀ ਨਹੀਂ, ਫਿਰ ਸ਼ੁਰੂ ਹੋ ਜਾਂਦਾ। ਬਿਨ ਗੁਰ ਪ੍ਰੀਤ ਨਾ ਉਪਜੈ ਪਾਈ, ਮਨ ਮੁਖੇ ਦੂਜੇ ਪਾਏ ਤੋਹ ਕੁੱਟੈ। ਆਏ ਹਾਏ ਹਾਏ, ਉਹ ਕਹਿੰਦੇ ਕਣਕ ਤਾਂ ਹੈ ਨਹੀਂ, ਦਾਣੇ ਹੈ ਨਹੀਂ ਗੇ ਭਾਈ, ਖਾਲੀ ਜਿਹੜੇ ਹੈਗੇ ਤੋਹ ਨੂੰ ਕੁੱਟ ਰਹੇ ਆ। ਬਸ ਪਰਾਲੀ ਨੂੰ ਕੁੱਟ ਰਹੇ ਆ, ਚੌਲ ਤਾਂ ਹੈ ਹੀ ਨਹੀਂ ਵਿੱਚ, ਤੂੜੀ ਨੂੰ ਕੁੱਟ ਰਹੇ ਆ, ਕਣਕ ਤਾਂ ਹੈ ਹੀ ਨਹੀਂ ਵਿੱਚ। ਤੋਹ ਕੁੱਟੈ ਮਨਮੁਖ ਕਰਮ ਕਰੇ। ਆ ਲਓ, ਦੇਖ ਲਓ ਭਾਈ, ਜਿੰਨੇ ਵੀ ਇਹ ਕਰਮ ਆ ਸਾਰੇ ਦੇ ਸਾਰੇ। ਹੁਣ ਜਿਹੜੇ ਹੈਗੇ ਕਹਿੰਦੇ ਜੀ ਤੁਸੀਂ ਜਿਹੜੇ ਹੈਗੇ ਐਵੇਂ ਨਾ ਬੋਲਿਆ ਕਰੋ, ਇਹ ਜਿਹੜੀ ਹੈਗੀ ਇਹਦੇ ਨਾਲ ਜਿਹੜਾ ਹੈਗਾ ਚੁਭੇਗਾ। ਇਹ ਤਾਂ ਤੁਸੀਂ ਜਿਹੜਾ ਹੈਗਾ ਬਾਣੀ ਬੋਲ ਰਹੀ ਆ, ਅਸੀਂ ਕੀ ਬੋਲਾਂਗੇ? ਦੱਸੋ ਅਸੀਂ ਇਹਦੇ ਵਿੱਚ ਕਿਹੜੇ ਪਾਸਿਓਂ ਜਿਹੜਾ ਹੈਗਾ, ਜੇ ਅਸੀਂ ਹੁਣ ਜਿਹੜੇ ਇਹਨੂੰ ਜਿਹੜਾ ਹੈਗਾ ਇਹਨੂੰ ਨਾ ਬੋਲੀਏ, ਡਾਇਲੂਟ ਕਰ ਦਈਏ, ਆਪਣੇ ਗੁਰੂ ਨੂੰ ਗੋਪ ਦਈਏ, ਜੋ ਗੁਰੂ ਦੀ ਗੱਲ ਮੈਸੇਜ ਹੈ ਨਾ ਅੱਗੇ ਜਾਣ ਦਈਏ। ਤੋਹ ਕੁੱਟੈ ਮਨਮੁਖ ਕਰਮ ਕਰੇ, ਤੋਹ ਕੁੱਟੈ ਮਨਮੁਖ ਕਰਮ ਕਰੇ ਭਾਈ,
ਪੱਲੇ ਕਿਛੂ ਨਾ ਪਾਏ। ਲਓ ਮਹਾਰਾਜ ਤੇ ਕਹਿੰਦੇ ਕੁਛ ਵੀ ਪੱਲੇ ਨਹੀਂ ਪੈਣਾ। ਔਰ ਇਮਾਨਦਾਰੀ ਦਿਖਾਈਏ, ਆਪਣਾ ਢਿੱਡ ਨੰਗਾ ਕਰਕੇ ਦੱਸੀਏ ਭਾਈ ਕਿ ਆਪਣੇ ਕੋਲ ਪੱਲੇ ਹੈਗਾ ਕੁਛ। ਇੰਨੇ ਸਾਲ ਹੋ ਗਏ, ਇੰਨਾ ਸਮਾਂ ਹੋ ਗਿਆ ਆਪਾਂ ਨੂੰ ਆਹ ਜਿਹੜਾ ਕਰਮ ਕਰਦਿਆਂ ਨੂੰ, ਆਹ ਜਿਹੜੀ ਸੋ ਕਾਲਡ ਜਿਹੜੀ ਭਗਤੀ ਕਰਦਿਆਂ ਨੂੰ ਇੰਨਾ ਸਮਾਂ ਹੋ ਗਿਆ। ਪੱਲੇ ਕੀ ਹੈਗਾ? ਇਮਾਨਦਾਰੀ ਦੇ ਨਾਲ ਆਪਣੇ ਨਾਲ ਨਾ ਇਨਸਾਫੀ ਨਾ ਕਰੀਏ, ਆਪਣੇ ਨਾਲ ਹੀ ਆਪਾਂ ਜਿਹੜੇ ਨਾ ਕਿਸੇ ਨੂੰ ਦੱਸੀਏ, ਆਪ ਹੀ ਵਿਚਾਰ ਕਰਕੇ ਦੇਖ ਲਈਏ ਭਾਈ ਪੱਲੇ ਹੈ ਕੁਛ। ਜੇ ਪੱਲੇ ਹੈਗਾ ਕੁਛ ਤੇ ਉਹ ਰਸਤਾ ਛੱਡੋ ਨਾ, ਫਿਰ ਸਹੀ ਹੈ ਰਸਤਾ। ਜੇ ਪੱਲੇ ਹੀ ਕੁਛ ਨਹੀਂ ਹੈਗਾ ਤੇ ਭਾਈ ਕਿਉਂ ਨਹੀਂ ਛੱਡਦੇ ਆਪਾਂ? ਜੀਵਨ ਤਾਂ ਆਪਣਾ ਹੈ, ਦੁਬਾਰਾ ਮਿਲ ਜਾਣੀ ਹੈ ਮਨੁੱਖੀ ਜੂਨ। ਜਿਹੜੇ ਜਿਨ੍ਹਾਂ ਦੇ ਮਗਰ ਲੱਗੇ ਹੋਏ ਆ ਆਪਾਂ, ਆਪਣੇ ਜਿਹੜੇ ਬਾਪ ਦਾਦੇ ਤੋਂ ਲੱਗੇ ਹੋਏ ਆ ਭਾਈ, ਜਨਮਾਂ ਤੋਂ ਹਰੇਕ ਪਰਿਵਾਰ ਦੇ ਵਿੱਚ ਸੰਸਕਾਰ ਬਣੇ ਹੋਏ, ਲੀਹਾਂ ਬਣੀਆਂ ਹੋਏ, ਛੱਡੀਏ ਭਾਈ, ਡ੍ਰੌਪ ਕਰੀਏ ਭਾਈ, ਡ੍ਰੌਪ ਕਰੀਏ। ਤੋਹ ਕੁਟੈ ਮਨਮੁਖ ਕਰਮ ਕਰੇ ਭਾਈ, ਪੱਲੇ ਕਿਛੂ ਨਾ ਪਾਏ। ਗੁਰ ਮਿਲੇ ਨਾਮ ਮਨੇ ਰਵਿਆ, ਗੁਰ ਮਿਲੇ ਨਾਮ ਮਨੇ ਰਵਿਆ ਭਾਈ। ਸਾਚੀ ਪ੍ਰੀਤ ਪਿਆਰ ਆ ਲਓ। ਕਹਿੰਦੇ ਸੱਚੇ ਗੁਰੂ ਨੂੰ ਮਿਲਣ ਦੇ ਨਾਲ ਆਹ ਦੇਖੋ, ਆਹ ਗੁਰਬਾਣੀ ਜਿਹੜੀ ਹੈਗੀ, ਆਹ ਗੁਰੂ ਦੀ ਮੱਤ ਹੈ, ਇਹ ਗੁਰੂ ਹੈਗੇ, ਇਹ ਗਾਈਡ ਹੈਗੇ, ਇਹ ਸਿਰਫ ਗਿਆਨ ਦੇ ਗਾਈਡ ਹੈਗੇ। ਗਿਆਨ ਦੇਣਾ ਇਹਨਾਂ ਨੇ, ਪਰਮਾਤਮਾ ਦੇ ਨਾਲ ਪ੍ਰੀਤ ਪਾਉਣੀ ਹੈ, ਧਿਆਨ ਸਿਮਰਨ ਦੇ ਨਾਲ ਭਗਤੀ ਦੱਸਣੀ ਹੈ, ਭਗਤੀ ਦੇ ਨਾਲ ਪ੍ਰੀਤ ਪਾ ਦੇਣੀ ਹੈ। ਫਿਰ ਉਹ ਭਗਤੀ ਕਰਨ ਦੇ ਨਾਲ, ਪ੍ਰੈਕਟੀਕਲ ਕਰਨ ਦੇ ਨਾਲ ਆਪਣਾ ਗਿਆਨ ਪੈਦਾ ਹੋਏਗਾ, ਉੱਥੇ ਗਿਆਨ ਪੈਦਾ ਹੋਏਗਾ। ਆਪ ਜਿਹੜਾ ਹੈਗਾ ਆਪਾਂ ਨੇ ਦੇਖਿਆ ਹੈ, ਇਹ ਤਾਂ ਜਿਹੜਾ ਹੈਗਾ ਇਹ ਤਾਂ ਹਾਲੇ ਜਿਹੜਾ ਹੈਗਾ ਗਿਆਨ ਹੈ। ਕਿਸੇ ਨੇ ਦੱਸਿਆ ਵੀ ਫਲਾਨਾ ਇੱਥੋਂ ਜਿਹੜਾ 1 ਮੀਲ ਤੇ ਜਾ, ਉੱਥੇ ਜਿਹੜਾ ਹੈਗਾ ਉੱਥੇ ਖੋਦ ਕਰੀ, ਉੱਥੇ ਇੰਨਾ ਡੀਪ ਜਾਈ, ਔਰ ਉੱਥੇ ਜਿਹੜਾ ਤੈਨੂੰ ਕੁਛ ਦੱਬਿਆ ਹੋਇਆ ਸੋਨਾ ਚਾਂਦੀ ਲੱਭ ਜੂਗਾ। ਲੋਕੇਸ਼ਨ ਦੇ ਦਿੱਤੀ, ਸਾਰਾ ਦੇ ਦਿੱਤੀ, ਬੰਦਾ ਗਿਆ ਉੱਥੇ ਖੋਦਿਆ, ਕੁਛ ਵੀ ਨਹੀਂ ਲੱਭਿਆ ਉੱਥੋਂ। ਔਰ ਜਿਹਨੇ ਖੋਦਿਆ ਉੱਥੇ ਲੱਭ ਗਿਆ ਉੱਥੋਂ। ਦੋਨੋਂ ਪੋਸੀਬਿਲਿਟੀ ਹੈਗੀ। ਲੱਭ ਗਿਆ ਤੇ ਇਹਦਾ ਮਤਲਬ ਵੀ ਉਹ ਸੱਚਾ ਗਿਆਨ ਸੀਗਾ, ਨਹੀਂ ਲੱਭਿਆ ਕੁਛ ਵੀ ਇਹਦਾ ਮਤਲਬ ਉਹ ਝੂਠਾ ਗਿਆਨ ਸੀਗਾ। ਐਟਲੀਸਟ ਇਹ ਤਾਂ ਪਤਾ ਲੱਗ ਗਿਆ ਵੀ ਉਹ ਝੂਠਾ ਗਿਆਨ ਸੀਗਾ। ਉਹਦੇ ਮਗਰ ਨਹੀਂ ਜਾਣਾ, ਮੈਂ ਉਹਨੂੰ ਨਹੀਂ ਲੈਣਾ, ਉਹਨੂੰ ਡ੍ਰੌਪ ਕਰਨਾ ਹੈ। ਦੋਨਾਂ 'ਚ ਫਾਇਦਾ ਹੋ ਜਾਏਗਾ। ਆਪਾਂ ਤਾਂ ਫਾਇਦਾ ਲੈ ਹੀ ਨਹੀਂ ਰਹੇ, ਆਪਾਂ ਤਾਂ ਉਹ ਝੂਠੇ ਗਿਆਨ ਦੇ ਨਾਲ ਲੱਗੇ ਹੋਏ ਹਾਂ ਬਸ, ਜੋ ਹਰੇਕ ਧਰਮ ਦੇ ਵਿੱਚ ਐਸੇ ਤਰੀਕੇ ਦੇ ਨਾਲ ਲੱਗੇ ਹੋਏ ਆਪਾਂ। ਗੁਰ ਮਿਲੇ ਨਾਮ ਮਨੇ ਰਵਿਆ ਪਾਈ, ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਪਾਈ, ਗੁਰ ਕੈ ਹੇਤ ਅਪਾਰ। ਫਿਰ ਉਹ ਹਮੇਸ਼ਾ ਹੀ ਪਰਮਾਤਮਾ ਦੇ ਗੁਣ ਜਿਹੜੇ ਹੈਗੇ ਆਪਣੇ ਅੰਦਰ ਰਵਣਗੇ, ਉਹਦੇ ਅੰਦਰ ਗੁਣ ਆ ਜਾਣਗੇ। ਸਤ ਸੰਤੋਖ ਦਇਆ ਧਰਮ ਧੀਰਜ, ਆਹ ਗੁਣ ਆ ਜਾਣਗੇ। ਗੁਰੂ ਦੇ ਨਾਲ ਪਿਆਰ ਪੈਦਾ ਹੋ ਜਾਏਗਾ। ਗੁਰ ਕੈ ਹੇਤ ਅਪਾਰ, ਗੁਰੂ ਨੇ ਮਿਹਰ ਕਰ ਦਿੱਤੀ, ਇੰਟਰਨ ਗੁਰੂ ਨੇ ਪਰਮਾਤਮਾ ਦੇ ਨਾਲ ਪਿਆਰ ਪਾਤਾ। ਆਇਆ ਸੋ ਪਰਵਾਨ ਹੈ ਪਾਏ, ਜੇ ਗੁਰ ਸੇਵਾ ਚਿੱਤ ਲਾਏ। ਕਹਿੰਦੇ ਉਹ ਆਇਆ ਹੋਇਆ ਪਰਵਾਨ ਆ ਪਾਏ ਜਿਹੜਾ ਗੁਰੂ ਦੀ ਸੇਵਾ ਚਿੱਤ ਲਗਾ ਕੇ ਕਰਦਾ ਹੈ। ਆਇਆ ਸੋ ਪਰਵਾਨ ਹੈ ਪਾਏ, ਜੇ ਗੁਰ ਸੇਵਾ ਚਿੱਤ ਲਾਏ। ਜੋ ਗੁਰੂ ਸੇਵਾ ਕਹਿ ਰਹੇ ਆ ਉਹ ਸੇਵਾ। ਨਾਮ ਹਮਾਰੇ ਗੁਰ ਕੀ ਸੇਵ, ਨਾਮ ਹਮਾਰੇ ਪੂਜਾ ਦੇਵ। ਆ ਸੇਵਾ, ਧਿਆਨ ਸਿਮਰਨ ਵਾਲੀ ਸੇਵਾ, ਆਪਣੇ ਅੰਦਰ ਵੜਨ ਵਾਲੀ ਸੇਵਾ, ਆਪਣੇ ਵਿਚਾਰ ਬੰਦ ਕਰਨ ਵਾਲੀ ਸੇਵਾ, ਆਪਣੇ ਨਾਲ ਬੈਠਣ ਵਾਲੀ ਸੇਵਾ, ਆਪਣੇ ਨਾਲ ਬੈਠਣ ਵਾਲੀ ਸੇਵਾ। ਆਇਆ ਸੋ ਪਰਵਾਨ ਹੈ ਪਾਈ, ਜੇ ਗੁਰ ਸੇਵਾ ਚਿੱਤ ਲਾਏ। ਚਿੱਤ ਲਾਉਣਾ ਹੈ ਭਾਈ, ਚਿੱਤ ਲਾਉਣਾ ਹੈ। ਚਿੱਤ ਦੇ ਉੱਤੇ ਕੋਈ ਵਿਚਾਰ ਨਹੀਂ ਆਉਣਾ ਚਾਹੀਦਾ। ਔਰ ਇਹੀ ਭਗਤੀ ਹੈਗੀ। ਬੈਠ ਕੇ ਜਿਹੜਾ ਹੈਗਾ ਵਿਚਾਰ ਤਾਂ ਆਉਣਗੇ, ਵਿਚਾਰ ਆਉਂਦੇ ਆ, ਬਸ ਉਹਦੇ ਨਾਲ ਆਪਣੀ ਸੁਰਤ ਦੀ ਡੋਰੀ ਨਹੀਂ ਬੰਨਣੀ। ਪਤੰਗਾ ਵਾਂਗੂ ਆਉਂਦੇ ਆ, ਪਟਲ ਦੇ ਉੱਤੇ ਛੋਟਾ ਜਿਹਾ ਪਟਲ ਹੈਗਾ, ਉਸ 'ਤੇ ਵਿਚਾਰ ਆਊਗਾ, ਚਲੇ ਜਾਊਗਾ, ਨਹੀਂ ਰੁਕੇਗਾ, ਨਹੀਂ ਰਹਿ ਸਕਦਾ ਉੱਥੇ ਪਰਮਾਨੈਂਟ ਵਿਚਾਰ। ਉਹਨੇ ਚਲੇ ਜਾਣਾ ਹੈ ਵਿਚਾਰ ਨੇ। ਦੂਸਰਾ ਵਿਚਾਰ ਆਏਗਾ ਤੇ ਗੈਪ ਆ ਉਹਦੇ ਵਿੱਚ, ਪਟਲ ਖਾਲੀ ਹੈ ਉਸ ਟਾਈਮ, ਬਸ ਉਹ ਖਾਲੀ ਪੁਣੇ ਨੂੰ ਵਧਾਉਣਾ ਹੈ ਆਪਾਂ ਨੇ। ਐਸੇ ਤਰੀਕੇ ਦੇ ਨਾਲ ਇਹ ਜਿਹੜੇ ਹੈਗੇ ਵਿਚਾਰ ਜਿਹੜੇ ਹੈਗੇ ਇਹ ਘਟੀ ਜਾਂਦੇ। ਜ਼ਿਆਦਾ ਆਪਾਂ ਉਹਨਾਂ ਨੂੰ ਇੰਟਰਟੇਨ ਨਹੀਂ ਕਰ ਰਹੇ ਤੇ ਆਟੋਮੈਟਿਕਲੀ ਉਹਨਾਂ ਨੇ ਸੁੱਕ ਜਾਣਾ। ਉਹ ਪੌਦਿਆਂ ਨੇ ਜਿਹੜੇ ਵੱਡੇ ਵੱਡੇ ਬੂਟੇ ਦਰਖਤ ਬਣੇ ਹੋਏ ਆ,
ਜ਼ਿਆਦਾ ਨਹੀਂ, ਥੋੜ੍ਹੇ ਹੀ ਹੈਗੇ, ਥੋੜ੍ਹੇ ਹੀ ਆ ਜਿੱਥੇ ਆਪਾਂ ਜਿਨ੍ਹਾਂ ਨੂੰ ਆਪਾਂ ਰੋਜ਼ ਜਿਹੜੇ ਬੈਠ ਕੇ 2-2 3-3 ਘੰਟੇ ਪਤਾ ਨਹੀਂ ਕਿੰਨਾ ਕਿੰਨਾ ਜਿਹੜਾ ਉਹਨਾਂ ਦੀ ਛਾਵੇਂ ਬੈਠ ਕੇ ਜਿਹੜਾ ਉਹਨਾਂ ਨੂੰ ਖਾਦ ਪਾਣੀ ਦੇਈ ਜਾਂਦੇ ਆ ਉਹ ਵਿਚਾਰਾਂ ਨੂੰ, ਉਹ ਹੀ ਲੀਹਾਂ। ਬਸ ਮਨ ਨੂੰ ਕਹਿ ਦਿਓ, ਮਨ ਦੇ ਨਾਲ ਕਮਿਟਮੈਂਟ ਕਰੋ ਵੀ ਮਿੱਤਰਾ ਚੱਲ ਅੱਜ ਜਿਹੜਾ ਹੈਗਾ ਤੇਰਾ ਜਿਹੜਾ ਹੈਗਾ ਮੈਂ ਆਪਾਂ ਬੈਠਦੇ ਹਾਂ ਅਤੇ ਜਿਹੜਾ ਵੀ ਵਿਚਾਰ ਤੂੰ ਲੈ ਰਿਹਾ ਜਿੰਨੇ ਮਰਜ਼ੀ ਹੈ ਲੈ, ਉਹਨਾਂ ਨੂੰ ਦੱਸ ਦੇ ਮੈਨੂੰ ਬਈ ਭਾਈ ਇਹਦੇ 'ਚ ਕੀ ਕਰਨਾ ਹੈ। ਇਹ ਜਿਹੜਾ ਤੂੰ ਇਹ ਫਾਈਲ ਖੋਲ੍ਹ ਕੇ ਬੈਠਾ ਆ, ਇਸ ਫਾਈਲ ਦੇ ਵਿੱਚੋਂ ਆਪਾਂ ਨੇ ਡਿਸੀਜਨ ਲੈਣਾ ਹੈ। ਹੁਣ ਤੇਰੇ ਹਿਸਾਬ ਨਾਲ ਡਿਸੀਜਨ ਲੈ ਲਾਂਗੇ, ਤੂੰ ਦੱਸ ਦੇ ਵੀ ਇਹਦੇ 'ਚ ਕੀ ਐਡੀਸ਼ਨ ਕਰਨਾ ਹੈ, ਕੀ ਸਬਟਰੈਕਸ਼ਨ ਕਰਨਾ ਹੈ, ਕੀ ਮੋਡੀਫਿਕੇਸ਼ਨ ਕਰਨੀ ਹੈ। ਇਹ ਜਿਹੜਾ ਰੋਜ਼ ਤੂੰ ਲੈ ਲੈਣਾ ਹੈ ਵੀ ਫਲਾਨਾ ਇਸ ਤਰ੍ਹਾਂ ਹੋਇਆ ਸੀਗਾ, ਮੇਰਾ ਜਿਹੜਾ ਹੈਗਾ ਇਸ ਤਰ੍ਹਾਂ ਸੀਗਾ, ਜੇ ਮੈਂ ਇਸ ਤਰ੍ਹਾਂ ਕਰ ਦਿੰਦਾ ਅਤੇ ਉਸ ਤਰ੍ਹਾਂ ਹੋ ਜਾਣਾ ਸੀਗਾ। ਕਹਿੰਦੇ ਉਹ ਤਾਂ ਸਾਰਾ ਪਾਸਟ ਹੈ, ਉਹ ਤਾਂ ਹੋ ਵੀ ਗਿਆ, ਉਹ ਤਾਂ ਕਦੋਂ ਦਾ ਹੋ ਗਿਆ, ਤੂੰ ਤਾਂ ਹੁਣ ਬੁੱਢਾ ਵੀ ਹੋ ਗਿਆ, ਤੂੰ ਕਾਹਦੇ ਵਾਸਤੇ ਵਿਚਾਰ ਲੈ ਰਿਹਾ ਹੈ। ਸਾਈਨ ਕਰਾਓ ਮਨ ਦੇ, ਸਾਈਨ ਕਰ ਇੱਥੇ ਵੀ ਅੱਜ ਤੋਂ ਵਿਚਾਰ ਆ ਫਾਈਲ ਨਹੀਂ ਖੋਲੂੰਗਾ ਮੈਂ। ਆਇਆ ਸੋ ਪ੍ਰਵਾਨ ਹੈ ਭਾਈ, ਜੇ ਗੁਰ ਸੇਵਾ ਚਿੱਤ ਲਾਏ। ਬਸ ਚਿੱਤ ਲਗਾ ਕੇ ਕਰਨੀ ਆ, ਰੋਜ਼ ਬੈਠਾਂਗੇ ਇਸ ਤਰ੍ਹਾਂ। ਇਹ ਹੈਗੀ ਪਰਮਾਤਮਾ ਦੀ ਉਸਤਤੀ, ਇਹ ਹੈਗੀ ਭਗਤੀ, ਇਹ ਹੈਗੀ ਬੰਦਗੀ, ਆਪਣੇ ਆਪ ਨੂੰ ਦੇਖਣਾ, ਆਪਣੇ ਮਨ ਨੂੰ ਦੇਖਣਾ, ਇਹ ਹੈ ਭਗਤੀ। ਆਪਣੇ ਵਿਚਾਰਾਂ ਨੂੰ ਦੇਖਣਾ ਔਰ ਵਿਚਾਰਾਂ ਨੂੰ ਛੱਡਣਾ, ਦੇਖ ਕੇ ਅਨਡਿਟ ਕਰ ਦੇਣਾ। ਇੱਕ ਜਗ੍ਹਾ ਆਉਂਦਾ ਹੈ, ਕਹਾਂ ਚਲੋ ਮਨ ਰਹੋ ਘਰੇ। ਮੈਂ ਬਾਰ ਐਗਜ਼ਾਮਪਲ ਦਿੰਦਾ ਹੁੰਦਾ, ਜਿਵੇਂ ਕੋਈ ਬੈਠਾ ਹੈ, ਪਿਓ ਬੈਠਾ ਹੈ, ਆਰਾਮ ਨਾਲ ਕੰਮ ਕਰ ਰਿਹਾ ਆਪਣਾ, ਔਰ ਬੱਚਾ ਜਿਹੜਾ ਹੈ ਬੂਟ ਚੱਕੇ, ਬੱਚੇ ਨੇ ਹੌਲੀ ਦੇਣੇ, ਹੱਥਾਂ 'ਚ ਬੂਟ ਫੜੇ ਹੋਏ ਆ, ਹੌਲੀ ਪੋਲੇ ਪੈਰੀ ਪਿਓ ਦੇ ਪਿੱਛੋਂ ਦੀ ਜਾਂਦਾ ਹੈ, ਦਰਵਾਜ਼ੇ ਤੱਕ ਪਹੁੰਚਦਾ, ਪਿਓ ਕਹਿੰਦਾ ਕਿੱਧਰ, ਆ ਜਾ ਅੰਦਰ। ਉਵੇਂ ਦਾ ਕਰਨਾ ਹੈ ਭਾਈ, ਉਵੇਂ ਦਾ ਆਪਣੇ ਮਨ ਨੂੰ ਦੇਖਣਾ ਹੈ, ਕਿਹੜਾ ਵਿਚਾਰ ਲੈ ਰਿਹਾ ਹੈ, ਉਸੇ ਵੇਲੇ ਡਰਾਪ ਕਰਵਾ ਦਿਓ। ਆ ਜਾ ਪੁੱਤ, ਇੱਧਰ ਆ ਜਾ। ਇਹ ਤੂੰ ਹਮੇਸ਼ਾ ਕਰਦਾ ਰਹਿਣਾ ਹੈ। ਹੁਣ ਆਪਾਂ ਸੁਣ 'ਚ ਬੈਠੀਏ। ਆਇਆ ਸੋ ਪ੍ਰਵਾਨ ਹੈ ਭਾਈ, ਜੇ ਗੁਰ ਸੇਵਾ ਚਿੱਤ ਲਾਏ। ਨਾਨਕ ਨਾਮ ਹਰ ਪਾਈਏ ਭਾਈ, ਗੁਰ ਸ਼ਬਦੀ ਮਿਲਾਏ। ਨਾਮ ਵੀ ਪ੍ਰਾਪਤ ਹੋ ਜਾਣਾ ਹੈ, ਅੰਮ੍ਰਿਤ ਵੀ ਪ੍ਰਾਪਤ ਹੋ ਜਾਣਾ ਹੈ। ਪਰਮਾਤਮਾ ਦਾ ਜਿਹੜਾ ਨਾਮ ਹੈ ਅੰਮ੍ਰਿਤ ਰਸ ਹੈ, ਔਰ ਪਰਮਾਤਮਾ ਵੀ ਮਿਲ ਜਾਣਾ ਹੈ। ਗੁਰੂ ਦੇ ਸ਼ਬਦ ਦੇ ਦੁਆਰਾ ਮਿਲਣਾ ਹੈ ਭਾਈ, ਇਹ ਧਿਆਨ ਸਿਮਰਨ ਦੇ ਦੁਆਰਾ ਮਿਲਣਾ ਹੈ। ਹੋਰ ਕੋਈ ਰਸਤਾ ਨਹੀਂ ਹੈਗਾ, ਹੋਰ ਕੋਈ ਵਿਧੀ ਨਹੀਂ ਹੈਗੀ। ਅੱਜ ਹੀ 2 ਹੋਏ 8 ਹੋ ਗਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ। ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖ ਲਓ, ਇਹ ਆਪਾਂ ਨੇ ਸਿਰਫ ਜਿਹੜਾ ਹੈਗਾ ਗਿਆਨ ਲਿਆ ਆ। ਇਹ ਜਿਹੜਾ ਹੈਗਾ, ਇਹ ਹਾਲੇ ਆਪਾਂ ਨੇ ਭਗਤੀ ਨਹੀਂ ਕੀਤੀ, ਹਾਲੇ ਆਪਾਂ ਨੇ ਸਿਰਫ ਜਿਹੜਾ ਹੈਗਾ ਬੁੱਝੀ ਹੈਗੀ, ਪ੍ਰਿਪੇਅਰ ਹੋਏ ਆ। ਹਾਂ, ਉਹ ਐਕਸ਼ਨ ਵਾਸਤੇ ਪ੍ਰਿਪੇਅਰ। ਹਾਂ, ਜਿਹੜਾ ਲਾਸਟ ਨੁਕਤਾ ਦੱਸਿਆ ਤੁਸੀਂ, ਇਹ ਬੜਾ ਵਧੀਆ ਵੈਸੇ, ਕਿ ਮਨ ਨਾਲ ਸਵਾਲ ਕਰੋ ਕਿ ਵੀ ਭਾਈ ਕਿਉਂ ਪੁਰਾਣੀਆਂ ਫਾਈਲਾਂ ਖੋਲ੍ਹਾਂ, ਕੀ ਫਾਇਦਾ ਇਹਨਾਂ ਫਾਈਲਾਂ ਦਾ। ਬਸ ਕਿਉਂਕਿ ਕਹਿੰਦੇ ਨੇ ਖਾਲਸਾ ਉਹ ਕਰੇ ਨਿਤ ਜੰਗ ਮਤਲਬ ਉਹਨੂੰ ਮਨ ਦੇ ਨਾਲ। ਹਾਂ, ਹਾਂਜੀ, ਮਨ ਦੇ ਨਾਲ ਹੀ ਕਿਉਂ ਜੰਗ। ਮਤਲਬ ਉਹੀ ਜੋ ਪ੍ਰੇਮ ਕੇ ਚਾਬੁਕ ਮਾਰੋ ਵਾਲੀ ਗੱਲ ਹੈ। ਬਸ ਇਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ।
ਵੀ ਜੀ ਉਹ ਪ੍ਰੇਮ ਕੇ ਚਾਪਕ ਦਾ ਮਤਲਬ ਇਹ ਆ ਕਿ ਜਦੋਂ ਤੁਹਾਡਾ ਮਨ ਪੁੱਠੇ ਪਾਸੇ ਜਾਂਦਾ, ਖਿਜਣਾ ਨਹੀਂ। ਬਿਲਕੁਲ ਹਾਂਜੀ ਹਾਂਜੀ ਹਾਂਜੀ, ਬਿਲਕੁਲ ਠੀਕ ਹੈ। ਬਹੁਤ ਬਸ ਵਧੀਆ, ਉਹ- ਬਹੁਤ ਹਾਂ ਵਧੀਆ। ਹਾਂ, ਉਹਨੂੰ ਦੇਖਣਾ ਹੈ ਵੀ ਕੀ ਕਰ ਰਿਹਾ ਹੈ। ਬਿਲਕੁਲ ਜਾਣਾ ਨੇ। ਬਿਲਕੁਲ, ਮੋਢੇ ਤੇ ਹੱਥ ਰੱਖ ਕੇ ਮੋੜ ਲਿਆ ਉਹਨੂੰ ਭਾਈ। ਬਿਲਕੁਲ ਠੀਕ ਹੈ। ਹਾਂਜੀ ਹਾਂਜੀ, ਬਹੁਤ ਵਧੀਆ ਜੀ। ਨਾ ਤਾਂ ਭਾਜੀ ਕੋਈ ਚੀਜ਼ ਕਿਸੇ ਨਾਲ ਵੀ ਦੁਨਿਆਵੀ ਦੁਨੀਆ 'ਚ ਵੀ ਕਿਸੇ ਨਾਲ ਲੜ ਕੇ ਤਾਂ ਗੱਲ ਬਣਦੀ ਨਹੀਂ, ਗੱਲ ਤਾਂ ਸਲਾਹ ਨਾਲ ਹੀ ਬਣਦੀ ਹੈ। ਬਿਲਕੁਲ ਬਿਲਕੁਲ, ਮੈਨੂੰ ਤਾਂ ਇਹ ਬੜੀ ਖੁਸ਼ੀ ਹੁੰਦੀ ਹੈ ਜਿਹੜੀ ਦੇਖੋ ਨਾ ਸੰਗਤ ਜਿਹੜੀ ਹੈਗੀ, ਬਹੁਤ ਜਿਹੜਾ ਹੈਗਾ ਪਰਮਾਤਮਾ ਦੀ ਬਹੁਤ ਮਿਹਰ ਹੋ ਰਹੀ ਹੈ ਭਾਈ, ਬਹੁਤ ਮਿਹਰ ਹੋ ਰਹੀ ਹੈ। ਨਹੀਂ ਤਾਂ ਕਿੱਥੇ ਜਿਹੜੇ ਹੈਗੇ, ਅਸੀਂ ਤਾਂ ਪੂਰੇ ਜਿਹੜੇ ਹੈਗੇ ਕੱਟੜਪੰਥੀ ਹੁੰਦੇ ਸੀਗੇ ਭਾਈ। ਇਹ ਤਾਂ ਬਿਲਕੁਲ ਦੇਖੋ ਕਿਸ ਤਰੀਕੇ ਦੇ ਨਾਲ ਮਹਾਰਾਜ ਨੇ ਜਿਹੜਾ ਹੈਗਾ ਕਿੰਨੇ ਪਿਘਲਾ ਦਿੱਤਾ, ਕਿਸ ਤਰ੍ਹਾਂ ਜਿਹੜਾ ਹੈਗਾ। ਮੈਂ ਤਾਂ ਕਹਿੰਦਾ ਹੈ ਮਾਲਕਾ ਤੇਰੀ ਬਹੁਤ ਬਹੁਤ ਜਿਹੜੀ ਹੈਗੀ ਤੇਰੀ ਜਿਹੜੀ ਕਬੀਰ ਭਲੇ ਅਸਵਾਰਾ। ਹਾਂ, ਵੇਦ ਕਤੇਬ ਤੇ ਲਾਸਟ ਲਾਈਨਾਂ ਵੀ ਦੱਸ ਦਿਓ। ਹਾਂ ਅੱਛਾ, ਹੁਣ ਆਪਾਂ ਨਾ ਚਲੋ 2 ਮਿੰਟ ਜਿਹੜਾ ਇਹ ਸ਼ਬਦ ਵਿਚਾਰ ਕੇ ਆਪਾਂ ਲਈਏ, ਫਿਰ ਇਹ ਸ਼ਬਦ ਵਿਚਾਰ ਹੀ ਲੈਣੇ ਵੀਰ ਜੀ। ਉਸ ਤੋਂ ਬਾਅਦ ਫਿਰ ਥੋੜ੍ਹਾ ਜਿਹਾ ਧਿਆਨ ਸਿਮਰਨ ਕਰਾਂਗੇ, ਕਿਉਂਕਿ ਇਹਦੇ ਵਿੱਚ ਹੈਗਾ ਕਬੀਰ ਜੀ ਦਾ ਸ਼ਬਦ ਹੈਗਾ। ਅਤੇ 1 ਸੈਕਿੰਡ ਜੀ, ਮੈਂ ਨਾ ਅੰਗ ਵੀ ਡਿਸਪਲੇ ਕਰ ਦਿੰਦੇ ਆ, ਕੋਈ ਕੱਢਣਾ ਹੋਏਗਾ ਤਾਂ ਕੱਢ ਸਕਦੇ ਆ। ਇਹ 329 ਅੰਗ ਦੇ ਉੱਤੇ ਹੈਗਾ, 329 ਗੌੜੀ ਰਾਗ ਦੇ ਵਿੱਚ ਹੈਗਾ ਕਬੀਰ ਜੀ ਦਾ ਸ਼ਬਦ। ਆਪ ਪਲੀਜ਼ ਮਾਈਕ ਬੰਦ ਕਰ ਦੇਣਾ। ਕਿੰਨਾ ਦਾ ਹੈਗਾ? ਪੀ ਨਾਮ ਦੇ ਉੱਤੇ। ਹਾਂਜੀ ਠੀਕ ਹੈ ਜੀ। ਗੌੜੀ ਕਬੀਰ ਜੀ ਦੇ ਮੁਹਾਰ ਲਗਾਮ ਪਹਿਰਾਵੋ। ਇਹ ਦੇਖੋ, ਇਹ ਕਬੀਰ ਜੀ ਆਪਾਂ ਨੂੰ ਧਿਆਨ ਸਿਮਰਨ ਦੇ ਵਿੱਚ ਲੈ ਕੇ ਜਾ ਰਹੇ ਆ। ਆਪਾਂ ਬਿਲਕੁਲ ਜਿਹੜੇ ਹੈਗੇ ਹੁਣ ਕੋਈ ਮਤਲਬ ਬਿਲਕੁਲ ਸੁਣਨ ਦੇ ਵਿੱਚ ਆਪਾਂ ਬੈਠ ਜਾਓ, ਬਸ ਅੱਖਾਂ ਬੰਦ ਕਰਕੇ ਬੈਠ ਜਾਓ ਔਰ ਆ ਕਬੀਰ ਜੀ ਦੇ ਬੋਲ, ਕਬੀਰ ਜੀ ਕਿਵੇਂ ਲੈ ਕੇ ਜਾ ਰਹੇ, ਜੋ ਇਹ ਕਹਿ ਰਹੇ ਆ ਇਹਨਾਂ ਦੇ ਮਗਰ ਚੱਲ ਜਾਓ। ਔਰ ਉਸ ਤੋਂ ਬਾਅਦ ਮੈਂ ਜਿਹੜਾ ਹੈਗਾ ਬੰਦ ਕਰ ਦੇਣਾ। ਭਾਈ ਕਬੀਰ ਜੀ ਦੀ ਇਹ ਬਾਣੀ ਜਿਹੜੀ ਹੈਗੀ, ਇਹ ਸ਼ਬਦ ਵਿਚਾਰ ਕੇ ਉਸ ਤੋਂ ਬਾਅਦ ਮੈਂ ਡਰਾਪ ਹੋ ਜਾਣਾ। ਗੌੜੀ ਕਬੀਰ ਜੀ ਦੇ ਮੁਹਾਰ ਲਗਾਮ ਪਹਿਰਾਵੋ, ਦੇ ਮੁਹਾਰ ਲਗਾਮ ਪਹਿਰਾਵੋ। ਕਹਿੰਦੇ ਆਪਣੇ ਵਿਚਾਰ ਜਿਹੜੇ ਹੈਗੇ ਦੇਖ, ਇਹਨਾਂ ਨੂੰ ਲਗਾਮ ਪਾ। ਮੈਂ ਤੈਨੂੰ, ਇਹ ਮੇਰੇ ਮਨਾ ਤੂੰ ਵਿਚਾਰ ਲੈ ਰਿਹਾ, ਮੈਂ ਤੈਨੂੰ ਲਗਾਮ ਪਾਉਣਾ ਚਾਹੁੰਦਾ, ਮੈਂ ਤੇਰੇ ਨਕੇਲ ਕਰਨਾ ਚਾਹੁੰਦਾ, ਮੈਂ ਤੈਨੂੰ ਜਿਹੜਾ ਹੈਗਾ ਕੰਟਰੋਲ ਦੇ ਵਿੱਚ ਲਿਆਉਣਾ ਚਾਹੁੰਦਾ, ਤੈਨੂੰ ਵਿਚਾਰਾਂ ਤੋਂ ਹਟਾਉਣਾ ਚਾਹੁੰਦਾ। ਮੈਂ ਇੱਧਰ ਉੱਧਰ ਜਿਹੜਾ ਹੈਗਾ ਤੂੰ ਇੱਧਰ ਉੱਧਰ ਦੇ ਵਿਚਾਰ ਲੈ ਰਿਹਾ, ਇਸ 'ਚੋਂ ਮੈਂ ਤੈਨੂੰ ਰੋਕਣਾ ਚਾਹੁੰਦਾ ਹੈ, ਮੈਂ ਭਗਤੀ ਕਰਾਉਣਾ ਚਾਹੁੰਦਾ। ਦੇ ਮੁਹਾਰ ਲਗਾਮ ਪਹਿਰਾਵੋ, ਸਗਲ ਤਜੀਨ ਗਗਨ ਦੌਰਾਵੋ। ਕਹਿੰਦੇ ਦੁਨੀਆ, ਆਕਾਰ, ਰਿਸ਼ਤੇਦਾਰ, ਪਦਾਰਥ, ਘਰ ਗ੍ਰਸਤੀ ਇਸ ਟਾਈਮ ਤੱਜ ਦੇ ਸਾਰੀ, ਡਰਾਪ ਕਰਦੇ ਸਾਰੇ ਵਿਚਾਰ, ਸਾਰਾ ਕੁਛ ਵੀ ਕੀ ਕੰਮ ਕਰਨਾ, ਕਿੱਥੇ ਜਾਣਾ, ਕੀ ਆ ਕੀ ਨਹੀਂ, ਸਾਰਾ ਕੁਛ ਡਰਾਪ ਕਰ ਦੇ। ਸਗਲ ਤਜੀਨ, ਸਾਰਾ ਕੁਛ ਤੱਜ ਦੇ। ਗਗਨ ਦੌਰਾਵੋ, ਆਪਣੇ ਵਿਚਾਰਾਂ ਨੂੰ ਛੱਡ ਕੇ ਉੱਪਰ ਗਗਨ ਮੰਡਲ ਦੇ ਵਿੱਚ ਚੱਲ, ਸੁੰਨ ਮੰਡਲ ਦੇ ਵਿੱਚ ਚੱਲ। ਆ ਤੈਨੂੰ ਮੈਂ ਸੁੰਨ ਮੰਡਲ 'ਚ ਲੈ ਕੇ ਜਾਵਾਂ, ਤੈਨੂੰ ਆ ਵੀ ਰਸ ਚਖਾਵਾਂ। ਦੇ ਮੁਹਾਰ ਲਗਾਮ ਪਹਿਰਾਵੋ, ਸਗਲ ਤਜੀਨ ਗगन दौरावो। अपने विचार असवारी कीजै, सहज कै पावड़े पग धरे लीजै रहाओ। कहते अपने विचारां ते सवारी कर। विचार तेरे कंट्रोल 'च होने चाहिए। विचारां दे उत्ते विचारां नूं घोड़ा बना। तैनूं घोड़ा विचारां ने बनाया होया। विचार जिहड़े तैनूं लैके जांदे, विचारां दे उत्ते सवार हो। विचार जिहड़े तेरे कंट्रोल 'च होने चाहिए। विचार तू बंद कर। अपने विचार असवारी कीजे, सहज के पावड़े पग धरे लीजे। कहते सहज दे पावड़े, सहज दे विच रह, सहज दे विच रह। सहज की हैगा? सहज बिल्कुल सारा कुछ जिहड़ा हैगा आपां कुछ भी नहीं कर रहे। सहज का मतलब आ आपां कुछ नहीं हैगे। सहज
ਬਿਲਕੁਲ ਸਹਿਜ ਦੇ ਵਿੱਚ ਰਹਿ, ਕੁਛ ਵੀ ਨਹੀਂ, ਤੂੰ ਫਿਰ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਮਸਤਕ ਤੇ ਜ਼ੋਰ ਪਾ ਦੇਣਾ ਹੈ। ਬਿਲਕੁਲ ਸਹਿਜ ਦੇ ਵਿੱਚ ਰਹਿ, ਬਿਲਕੁਲ ਸਹਿਜ ਦੇ ਵਿੱਚ, ਬਿਲਕੁਲ ਸਹਿਜ ਦੇ ਵਿੱਚ। अपने विचार असवारी कीजै, सहज के पावड़े पग तरे लीजै। चल रे बैकुंठ रहाओ, चल रे बैकुंठ तुझे ले तारों। आह मेरे नाल, आह मेरे नाल मेरे मना, आपां चलीए मालक दे देश च, आपां चलीए सुन्न दे विच, आपां चलीए गगन मंडल दे विच, आपां इस संसार समुंदर तो उपर निकलीए। चल रे बैकुंठ तुझे ले तारों, हिंचे ता प्रेम के चाबुक मारो, हिंचे ता प्रेम के चाबुक मारो। कहत कबीर भले असवारा, ਜਿਹੜੇ ਇਸ ਤਰੀਕੇ ਦੇ ਨਾਲ ਆਪਣੇ ਮਨ ਦੇ ਉੱਤੇ ਸਵਾਰੀ ਕਰਨਾ ਸਿੱਖ ਜਾਂਦੇ ਆ, ਕਹਿੰਦੇ ਉਹ ਤਾਂ ਬਹੁਤ ਭਲੇ ਵੀ ਬਹੁਤ ਵਧੀਆ ਜਿਹੜੇ ਹੈਗੇ ਘੁੜਸਵਾਰ ਹੋ ਗਏ। ਕਹਿਤ ਕਬੀਰ ਭਲੇ ਅਸਵਾਰਾ, ਬਹੁਤ ਵਧੀਆ ਘੁੜਸਵਾਰ ਉਹਨਾਂ ਨੇ ਘੁੜਸਵਾਰੀ ਸਿੱਖ ਲਈ। ਰੋਜ਼ ਜਿਹੜੇ ਇਸ ਤਰੀਕੇ ਦੇ ਨਾਲ ਬੈਠ ਕੇ ਉਹਨਾਂ ਨੇ ਘੁੜਸਵਾਰੀ ਸਿੱਖ ਲਈ, ਵਿਚਾਰ ਬੰਦ ਹੋ ਗਏ ਉਹਨਾਂ ਦੇ। ਕਹਿਤ ਕਬੀਰ ਭਲੇ ਅਸਵਾਰਾ, ਵੇਦ ਕਤੇਬ ਤੇ ਰਹੇ ਨਿਰਾਰਾ। ਇਸ ਟਾਈਮ ਗਿਆਨ ਨੂੰ ਵੀ ਡ੍ਰੌਪ ਕਰ ਦੇ, ਇਸ ਟਾਈਮ ਗੁਰੂ ਦੀ ਮੱਤ ਵੀ ਛੱਡ ਦੇ।